ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਜਿਸ ਤਰ੍ਹਾਂ ਸਾਰੇ ਦੇਸ਼ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ, ਖਾਸ ਕਰਕੇ 5 ਰਾਜਾਂ ਦੇ ਉੱਤੇ ਹੁਣ ਜਿਹੜਾ ਧਿਆਨ ਕੇਂਦਰਿਤ ਰਿਹਾ ਸਾਰੇ ਦੇਸ਼ ਦਾ, ਜਿੱਥੇ ਚੋਣਾਂ ਹੋ ਕੇ ਹਟੀਆਂ, ਤਾਂ ਉਸ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੀ ਵੱਖ-ਵੱਖ ਸਥਿਤੀ ਰਹੀ ਹੈ। ਪਰ ਅਸੀਂ ਜ਼ਿਆਦਾਤਰ ਆਪਣੀ ਜਿਹੜੀ ਅੱਜ ਗੱਲ ਦਾ ਕੇਂਦਰ ਬਿੰਦੂ ਹੈ, ਉਹ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸਥਿਤੀ ਬਣੀ ਹੈ, ਖਾਸ ਕਰਕੇ ਯੂਪੀ ਦੇ ਅੰਦਰ, ਪੰਜਾਬ ਦੇ ਅੰਦਰ ਔਰ ਬਾਕੀ ਥਾਵਾਂ ਤੇ, ਉਸ ਨੂੰ ਆਪਣੀ ਚਰਚਾ 'ਚ ਲਵਾਂਗੇ। ਪਰ ਇਸ ਦੇ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਜਿਹੜਾ ਇਹ ਸਾਰੇ ਖਾਸ ਕਰਕੇ ਬਹੁਜਨ ਸਮਾਜ ਦਾ ਜਿਹੜਾ ਉਭਾਰ ਹੋਇਆ, ਜਿਸ ਤਰ੍ਹਾਂ ਉਹਨਾਂ 'ਚ ਜਾਗਰੂਕਤਾ ਆਈ ਹੈ, ਜਿਸ ਤਰ੍ਹਾਂ ਉਹਨਾਂ ਦੇ ਹੱਕਾਂ ਦੀ ਜਿਹੜੀ ਲੜਾਈ ਸੀ, ਉਸ ਦੀ ਸ਼ੁਰੂਆਤ ਸਾਡੇ ਜਿਹੜੇ ਸੰਵਿਧਾਨ ਦੇ ਨਿਰਮਾਤਾ ਡਾਕਟਰ BR ਅੰਬੇਦਕਰ ਹੈ, ਉਹਨਾਂ ਵੱਲੋਂ ਜਿਸ ਢੰਗ ਨਾਲ ਕੀਤੀ ਗਈ ਔਰ ਜਿਸ ਢੰਗ ਨਾਲ ਉਹਨਾਂ ਨੇ ਬਹੁਜਨ ਸਮਾਜ ਨੂੰ ਜਾਗਰੂਕ ਕੀਤਾ, ਲਾਮਬੰਦ ਕੀਤਾ ਔਰ ਆਜ਼ਾਦੀ ਦੀ ਲੜਾਈ ਦੇ ਨਾਲ-ਨਾਲ ਉਹਨਾਂ ਦੇ ਜਿਹੜੇ ਸਮਾਜਿਕ ਹੱਕ ਸੀਗੇ, ਰਾਜਸੀ ਹੱਕ ਸੀਗੇ, ਉਹਨਾਂ ਦੇ ਲਈ ਉਹਨਾਂ ਨੇ ਸੰਘਰਸ਼ ਨੂੰ ਆਪਣੇ ਨੂੰ ਅੱਗੇ ਵਧਾਇਆ ਤੇ ਇੱਕ ਸਮਾਜਿਕ ਕ੍ਰਾਂਤੀ ਜਿਹੜੀ ਉਹਨਾਂ ਨੇ ਕੀਤੀ, ਉਸ ਦੇ ਨਾਲ ਉਹਨਾਂ ਦੇ ਕਿਉਂਕਿ ਜਿਸ ਤਰ੍ਹਾਂ ਸੰਵਿਧਾਨ ਦੇ ਵਿੱਚ ਵਿਵਸਥਾਵਾਂ ਕਰਕੇ ਤੇ ਖਾਸ ਕਰਕੇ ਬਹੁਜਨ ਸਮਾਜ ਦੇ ਲਈ ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਤੇ ਸਮਾਜ ਦਾ ਸਰੂਪ ਬਦਲਿਆ, ਉਸੇ ਰੌਸ਼ਨੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਪਹਿਲਾਂ ਡਾਕਟਰ ਅੰਬੇਦਕਰ ਉਹਨਾਂ ਨੇ ਵੀ ਰਿਪਬਲਿਕਨ ਪਾਰਟੀ ਆਫ ਇੰਡੀਆ ਬਣਾਈ ਸੀ ਔਰ ਉਸ ਦੇ ਲਈ ਕੰਮ ਵੀ ਕੀਤਾ ਔਰ ਉਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜਾ ਸਾਡਾ ਇੱਥੋਂ ਦਾ ਰਾਜਸੀ ਪ੍ਰਬੰਧ ਹੈ, ਉਹਦੇ ਵਿੱਚ ਕਿਸ ਤਰ੍ਹਾਂ ਜਿਹੜੇ ਬਹੁਜਨ ਸਮਾਜ ਹੈਗਾ ਉਸ ਦੀ ਪ੍ਰਤੀਨਿਧਤਾ ਵੀ ਹੋਵੇ ਤੇ ਜਿਹੜੇ ਫੈਸਲੇ ਹੋਣ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਭੂਮਿਕਾ ਬਣੇ ਔਰ ਉੱਥੇ ਉਹਨਾਂ ਦਾ ਦਖਲ ਰਹੇ। ਤਾਂ ਇਸ ਤੋਂ ਬਾਅਦ ਦਾ ਜਿਹੜਾ ਦੌਰ ਆਉਂਦਾ ਹੈ, ਖਾਸ ਕਰਕੇ ਡਾਕਟਰ BR ਅੰਬੇਦਕਰ ਹੋਣਾ ਤੋਂ ਬਾਅਦ, ਤਾਂ ਬਾਬੂ ਕਾਂਸ਼ੀ ਰਾਮ ਜੀ ਦਾ ਨਾਂ ਆਉਂਦਾ ਹੈ, ਜਿਨ੍ਹਾਂ ਨੇ ਰਾਜਸੀ ਤੌਰ ਤੇ ਬਹੁਜਨ ਸਮਾਜ ਜਿਹੜਾ ਹੈ ਉਸ ਨੂੰ ਜਥੇਬੰਦ ਕਰਨ ਤੇ ਰਾਜਸੀ ਖੇਤਰ ਵਿੱਚ ਉਤਾਰਨ ਤੇ ਉਸ ਨੂੰ ਅੱਗੇ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ। ਖਾਸ ਕਰਕੇ ਅਸੀਂ ਦੇਖਦੇ ਹਾਂ ਕਿ 1984 ਦੇ ਵਿੱਚ ਜਿਹੜਾ ਅਪ੍ਰੈਲ ਦਾ ਜਦੋਂ ਉਹਨਾਂ ਦਾ ਜਨਮ ਦਿਨ ਹੁੰਦਾ 14 ਅਪ੍ਰੈਲ, ਉਸ ਸਮੇਂ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ। ਉਹਨਾਂ ਦੇ ਆਪਣੇ ਸਮੇਂ ਦੌਰਾਨ ਉਹਨਾਂ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜਾ 1990 ਤੋਂ ਬਾਅਦ ਦਾ ਦੌਰ ਹੈ, ਉਹਦੇ ਵਿੱਚ ਕਿਸ ਤਰ੍ਹਾਂ ਜਿਹੜੇ ਪਹਿਲੀ ਵਾਰ ਜਦੋਂ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਬਹੁਜਨ ਸਮਾਜ ਪਾਰਟੀ ਨੇ, ਤਾਂ ਉਹਨਾਂ ਦੇ 9 MLA ਬਣੇ। ਪਰ ਜਦੋਂ ਦੁਬਾਰਾ ਲੜੀਆਂ ਤਾਂ ਉਦੋਂ 1997 'ਚ 1 MLA ਜਿੱਤਿਆ ਤੇ ਇਸ ਵਾਰ ਵੀ ਜਿਹੜਾ 2022 'ਚ ਵੀ 1 MLA ਜਿੱਤਿਆ। ਉਹ ਬੇਸ਼ੱਕ ਅਕਾਲੀ ਦਲ ਨਾਲ ਗੱਠਜੋੜ ਸੀ। ਸੋ ਉਸ ਤੋਂ ਇਲਾਵਾ ਉਹਨਾਂ ਨੇ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਸੀ, ਲੋਕ ਸਭਾ ਚੋਣਾਂ ਸੀ, ਉਹਨਾਂ ਵਿੱਚ 3 ਜਿਹੜੇ ਸੰਸਦ ਮੈਂਬਰ ਵੀ, ਲੋਕ ਸਭਾ ਮੈਂਬਰ ਵੀ ਪੰਜਾਬ ਤੋਂ ਚੁਣੇ ਜਾਂਦੇ ਰਹੇ। ਤੇ ਯੂਪੀ 'ਚ ਦੇਖੀਏ ਤਾਂ ਯੂਪੀ 'ਚ ਉਹਨਾਂ ਦੇ ਲਗਭਗ ਜਿਹੜੀਆਂ 4 ਵਾਰ ਸਰਕਾਰ ਜਿਹੜੀ ਹੈ ਬਣਾਈ ਭੈਣ ਮਾਇਆਵਤੀ ਦੀ ਅਗਵਾਈ ਦੇ ਵਿੱਚ, ਔਰ ਪਹਿਲਾਂ ਬੇਸ਼ੱਕ BJP ਨਾਲ ਰਲ ਕੇ ਜਾਂ ਸਮਾਜਵਾਦੀ ਪਾਰਟੀ ਨਾਲ ਰਲ ਕੇ, ਤੇ ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ 2007 ਵਿੱਚ ਉਹਨਾਂ ਦੀ ਸਰਕਾਰ ਬਣੀ ਸੀਗੀ, ਉਹ 2012 ਤੱਕ ਚੱਲੀ ਔਰ ਉਸ ਸਮੇਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ 30% ਤੋਂ ਵੱਧ ਜਿਹੜਾ ਵੋਟ ਸ਼ੇਅਰ ਹਿੱਸਾ ਜਿਹੜਾ ਮਿਲਿਆ। ਤੇ ਪਰ ਹੁਣ ਅਸੀਂ ਦੇਖਦੇ ਹਾਂ ਕਿ ਉਹ ਹਿੱਸਾ ਜਿਹੜਾ ਘਟਦਾ ਇਸ ਵਾਰ 12% ਤੇ ਆ ਗਿਆ ਤੇ ਸੀਟ ਜਿਹੜੀ ਹੈ 1 ਮਿਲੀ ਹੈ ਯੂਪੀ ਦੇ ਵਿੱਚ। ਸੋ ਇਸ ਕਰਕੇ ਬਹੁਜਨ ਸਮਾਜ ਪਾਰਟੀ ਇਸ ਹਾਲ ਨੂੰ ਕਿਸ ਤਰ੍ਹਾਂ ਪਹੁੰਚੀ, ਉਹਦੇ ਕੀ ਕਾਰਨ ਨੇ, ਇਸ ਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ ਸ਼੍ਰੀ ਜਸਵੰਤ ਰਾਏ ਜੀ, ਜਿਹੜੇ ਉੱਘੇ ਅੰਬੇਦਕਰਵਾਦੀ ਨੇ, ਉੱਘੇ ਵਿਦਵਾਨ ਨੇ ਔਰ ਖਾਸ ਕਰਕੇ ਉਹਨਾਂ ਦਾ ਜਿਹੜਾ ਵਿਦਿਆ ਦੇ ਖੇਤਰ 'ਚ ਵੀ ਬਹੁਤ ਯੋਗਦਾਨ ਹੈ। ਉਹਨਾਂ ਨੇ ਬਕਾਇਦਾ ਇੰਟਰਨੈਸ਼ਨਲ ਬੁੱਧਿਸਟ ਮਿਸ਼ਨ ਟਰਸਟ ਜਿਹੜਾ ਹੈ ਉਸ ਦੇ ਉਹ ਜਨਰਲ ਸੈਕਟਰੀ ਨੇ। ਤੇ ਦੂਸਰੇ ਸਾਡੇ ਮਹਿਮਾਨ ਨੇ ਸ਼੍ਰੀ ਸਤਨਾਮ ਚਾਨਾ ਜੀ, ਉੱਘੇ ਬੁੱਧੀਜੀਵੀ, ਉੱਘੇ ਚਿੰਤਕ, ਤੇ ਜਿਨ੍ਹਾਂ ਨੇ ਆਪ ਵੀ ਖੁਦ ਜਿਹੜੀ ਹੈ ਇੱਕ ਜੈ ਭੀਮ ਫਿਲਮ ਜਿਹੜੀ ਹੈ ਖਾਸ ਕਰਕੇ ਡਾਕਟਰ BR ਅੰਬੇਦਕਰ ਉਹਨਾਂ ਦੇ ਜੀਵਨ ਤੇ ਉਹਨਾਂ ਨੇ ਬਣਾਈ ਹੈ ਤੇ ਉਹਨਾਂ ਦਾ ਵੀ ਇਸ ਮਾਮਲੇ ਤੇ ਕਾਫੀ ਡੂੰਘਾ ਅਧਿਐਨ ਹੈ। ਮੈਂ ਆਪਣੇ ਦੋਨਾਂ ਮਹਿਮਾਨਾਂ ਨੂੰ, ਰਾਏ ਸਾਹਿਬ ਨੂੰ, ਚਾਨਾ ਜੀ ਨੂੰ ਜੀ ਆਖਦਾ ਸਵਾਗਤ ਹੈ ਤੁਹਾਡਾ। ਚਾਨਾ ਜੀ, ਰਾਏ ਜੀ, ਬਹੁਤ ਬਹੁਤ ਸ਼ੁਕਰੀਆ ਜੰਡੂ ਸਾਹਿਬ। ਰਾਏ ਸਾਹਿਬ, ਜਿਹੜੀ ਅਸੀਂ ਦੇਖਦੇ ਹਾਂ ਜਿਹੜੀ ਬਾਕੀ ਦਾ ਪਿਛੋਕੜ ਹੈ, ਉਹਦੇ 'ਚ ਤੁਸੀਂ ਸਾਰੀ ਜਾਣਕਾਰੀ ਇਹਦੇ ਤੇ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਕਿ ਬਹੁਜਨ ਸਮਾਜ ਪਾਰਟੀ ਦਾ ਜਿਸ ਤਰ੍ਹਾਂ ਵੱਡਾ ਉਭਾਰ ਹੋਇਆ ਸੀ ਬਾਬੂ ਕਾਂਸ਼ੀ ਰਾਮ ਜੀ ਦੇ ਸਮੇਂ, ਤਾਂ ਉਹ ਅੱਜ ਇਸ ਹਾਲ ਨੂੰ ਕਿਉਂ ਪਹੁੰਚ ਗਈ, ਇਹਦੇ ਕੀ ਕਾਰਨ ਤੁਹਾਨੂੰ ਲੱਗਦੇ ਆ?
ਸਭ ਤੋਂ ਪਹਿਲਾਂ ਤਾਂ ਜੰਡੂ ਸਾਹਿਬ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਨਾਲ ਦੀ ਨਾਲ ਤੁਹਾਡੇ ਸੱਜਣ ਮੀਡੀਆ ਚੈਨਲ ਦਾ ਕਿ ਵਿਸ਼ੇਸ਼ ਤੌਰ ਤੇ ਤੁਸੀਂ ਇਸ ਵਿਸ਼ੇ ਨੂੰ ਚੁਣਿਆ ਤੇ ਮੈਨੂੰ ਆਪਣੇ ਦਰਸ਼ਕਾਂ ਦੇ ਨਾਲ ਰੂਬਰੂ ਹੋਣ ਦਾ ਜਿਹੜਾ ਤੁਹਾਡੇ ਮਾਧਿਅਮ ਤੋਂ ਮੌਕਾ ਮਿਲ ਰਿਹਾ ਤੇ ਨਾਲ ਦੀ ਨਾਲ ਸਾਡੇ ਨਾਲ ਜਿਹੜੇ ਸਾਡੇ ਦੂਸਰੇ ਸਾਡੇ ਸਾਥੀ ਵਿਸ਼ੇਸ਼ ਕਰਕੇ ਸਤਨਾਮ ਚਾਨਾ ਜੀ, ਇਹਨਾਂ ਨੇ ਵੀ ਬਹੁਤ ਅੱਛਾ ਜਿਹੜਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਉਹਨਾਂ ਦੇ ਜੀਵਨ ਔਰ ਮਿਸ਼ਨ ਦੇ ਉੱਤੇ ਜਿਹੜੀ ਇਹਨਾਂ ਨੇ ਐਨੀਮੇਟਡ ਫਿਲਮ ਜਿਹੜੀ ਬਣਾਈ ਹੈ, ਮੈਂ ਇਹਨਾਂ ਦਾ ਵੀ ਇਸ ਵੱਡੇ ਕਾਰਵਾਂ ਨੂੰ ਅੱਗੇ ਤੋਰਨ ਵਾਸਤੇ ਬਹੁਤ ਸ਼ੁਕਰਗੁਜ਼ਾਰ ਹਾਂ। ਜਿਹੜੀ ਗੱਲ ਸਰ ਤੁਸੀਂ ਕਰ ਰਹੇ ਹੋ ਕਿ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਅੱਜ ਦਾ ਸਮਾਂ ਹੈ ਤੇ ਇਸ ਤੋਂ ਪਿਛੋਕੜ ਦਾ ਸਮਾਂ, ਮੈਂ ਥੋੜਾ ਜਿਹਾ ਇਹਦੀ ਪਿਸ਼ਟ ਭੂਮੀ 'ਚ ਜਾਣਾ ਚਾਹਾਂਗਾ ਸਰ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਤੋਂ ਪਹਿਲਾਂ ਜਿਹੜੀ ਮੂਵਮੈਂਟ ਹੈ ਉਹ ਫੂਲੇ ਜੀ, ਉਹਨਾਂ ਦੀ ਧਰਮ ਪਤਨੀ ਰਾਸ਼ਟਰ ਮਾਤਾ ਸਾਵਿਤਰੀ ਬਾਈ ਫੂਲੇ ਜੀ, ਔਰ ਉਹਨਾਂ ਤੋਂ ਬਾਅਦ ਜਿਹੜਾ ਇਹ ਕਾਰਵਾਂ ਹੈ ਉਹ ਛਤਰਪਤੀ ਸ਼ਾਹੂ ਜੀ ਮਹਾਰਾਜ ਜੀ ਨੇ ਅੱਗੇ ਤੋਰਿਆ ਔਰ ਉਸ ਤੋਂ ਬਾਅਦ ਬਾਬਾ ਸਾਹਿਬ ਇਹਨੂੰ ਅੱਗੇ ਲੈ ਕੇ ਆਏ। ਸੋ ਬਾਬਾ ਸਾਹਿਬ ਵਾਲਾ ਜਿਹੜਾ ਪੀਰੀਅਡ ਹੈਗਾ ਉਹਨੂੰ ਆਪਾਂ ਥੋੜਾ ਜਿਹਾ ਲੈ ਲਈਏ ਕਿਉਂਕਿ ਸਮਾਂ ਆਪਣੇ ਕੋਲ ਓਨਾ ਕੁ ਰਹੇਗਾ ਤੇ ਗੱਲ ਆਪਣੀ ਥੋੜੀ ਜ਼ਿਆਦਾ ਵੱਡੀ ਹੋਏਗੀ। ਸੋ ਬਾਬਾ ਸਾਹਿਬ ਨੇ ਜਿਹੜੇ ਵਿਸ਼ਿਆਂ ਨੂੰ ਟੱਚ ਕੀਤਾ ਉਹਦੇ ਚੋਂ ਸਭ ਤੋਂ ਇੰਪੋਰਟੈਂਟ ਵਿਸ਼ਾ ਹੈ ਜਿਹਨੂੰ ਆਪਾਂ ਸਾਈਮਨ ਕਮਿਸ਼ਨ ਦਾ ਭਾਰਤ ਵਿੱਚ ਆਉਣਾ ਤੇ ਸਾਈਮਨ ਕਮਿਸ਼ਨ ਤੋਂ ਜਿਹੜੀ ਰਿਪੋਰਟ ਬਣਦੀ ਆ ਉਸ ਰਿਪੋਰਟ ਦੇ ਉੱਤੇ ਸਹਿਮਤੀ ਨਾ ਬਣ ਕੇ ਤੇ ਗੋਲਮੇਜ਼ ਕਾਨਫਰੰਸਾਂ ਦਾ ਹੋਣਾ। ਗੋਲਮੇਜ਼ ਕਾਨਫਰੰਸਾਂ ਦੇ ਵਿੱਚ ਉਸ ਵੇਲੇ ਕਿਉਂਕਿ ਭਾਰਤ ਦੇ ਅੰਦਰ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀਗੀ ਉਸ ਵੇਲੇ ਇੱਕੋ ਇੱਕ ਰਾਜਨੀਤਿਕ ਜਿਹੜਾ ਘਟਕ ਸੀਗਾ ਉਹ ਕਾਂਗਰਸ ਹੀ ਇਸ ਦੇਸ਼ ਦੇ ਅੰਦਰ ਕੰਮ ਕਰ ਰਿਹਾ ਸੀਗਾ ਤੇ ਉਹਦੀ ਅਗਵਾਈ ਜਿਹੜੀ ਆ ਪੂਰਨ ਰੂਪ ਦੇ ਅੰਦਰ ਜਿਹੜੇ ਮਹਾਤਮਾ ਗਾਂਧੀ ਜੀ ਕਰ ਰਹੇ ਸੀਗੇ ਔਰ ਇਧਰਲੇ ਪਾਸੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਜਿਹੜੀਆਂ ਦੱਬੀਆਂ ਕੁਚਲੀਆਂ ਜਿਹੜੀਆਂ ਕਲਾਸਾਂ ਹੈਗੀਆਂ ਉਹਨਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਉਹਨਾਂ ਨੇ ਜਿੱਥੇ ਆਪਣੇ ਆਪ ਨੂੰ ਫੌਰਨ ਜਾ ਕੇ ਪੜ੍ਹਾਈ ਕਰਕੇ ਪੂਰੀ ਤਰ੍ਹਾਂ ਲੈਸ ਕਰ ਲਿਆ, ਲੈਸ ਕਰਨ ਤੋਂ ਬਾਅਦ ਭਾਰਤ ਦੇ ਅੰਦਰ ਆ ਕੇ ਇਸ ਲੜਾਈ ਨੂੰ ਅੱਗੇ ਤੋਰਨ ਦੀ ਜਦੋਂ ਗੱਲ ਕੀਤੀ ਤੇ ਉਹਨਾਂ ਨੇ ਇਸ ਸਾਈਮਨ ਕਮਿਸ਼ਨ ਤੱਕ ਜਿਹੜਾ ਹੈ ਉਹਨੂੰ ਮਜਬੂਰ ਕੀਤਾ ਕਿ ਉਹ ਭਾਰਤ ਦੇ ਅੰਦਰ ਆ ਕੇ ਤੇ ਇਹ ਜਿਹੜੀ ਸਥਿਤੀ ਹੈ ਉਹਨੂੰ ਦੇਖੇ। ਉਸ ਦੇਖਣ ਦੇ ਉੱਤੇ ਜਿਹੜੀ ਸਥਿਤੀ ਬਣਦੀ ਹੈ ਉਹ ਸਥਿਤੀ ਬੜੀ ਵਿਰੋਧਾਭਾਸ ਵਾਲੀ ਬਣਦੀ ਹੈ ਕਿ ਇੱਕ ਪਾਸੇ ਜਿਹੜਾ ਹੈ ਉਹ ਸਾਈਮਨ ਕਮਿਸ਼ਨ ਆਪਣੀ ਰਿਪੋਰਟ ਜਿਹੜੀ ਹੈ ਉਹ ਦੇਣਾ ਚਾਹੁੰਦਾ ਤੇ ਦੂਸਰੇ ਪਾਸੇ ਉਹਦੇ ਵਿਰੋਧ 'ਚ ਕੋਈ ਵੀ ਉਹਨੂੰ ਕੰਮ ਨਾ ਕਰੇ ਉਹਦਾ ਵਿਰੋਧ ਕੀਤਾ ਜਾਂਦਾ ਹੈ ਔਰ ਉਸ ਵੇਲੇ ਦੀ ਖਾਸ ਕਰਕੇ ਕਾਂਗਰਸ ਦੀ ਜਿਹੜੀ ਲੌਬੀ ਹੈ ਪੂਰੀ ਉਹਦੇ ਵੱਲੋਂ। ਬਟ ਉਹਦੇ ਚੋਂ ਨਿਕਲ ਕੇ ਜਿਹੜਾ ਗੋਲਮੇਜ਼ ਕਾਨਫਰੰਸਾਂ ਦਾ ਦੌਰ ਸ਼ੁਰੂ ਹੁੰਦਾ। ਗੋਲਮੇਜ਼ ਕਾਨਫਰੰਸਾਂ ਦੇ ਵਿੱਚ ਡਾਕਟਰ ਅੰਬੇਦਕਰ ਸਾਹਿਬ ਪੂਰਨ ਰੂਪ ਦੇ ਅੰਦਰ ਆਪਣੀ ਜਿਹੜੀ ਇੱਥੋਂ ਦੀ ਦਸ਼ਾ ਤੇ ਦਿਸ਼ਾ ਹੈਗੀ ਆ ਉਹ ਬਕਾਇਦਾ ਸ਼ੇਅਰ ਕਰਦੇ ਆ। ਸੋ ਉਹ ਸ਼ੇਅਰਿੰਗ ਦੇ ਵਿੱਚੋਂ ਕੀ ਨਿਕਲਦਾ ਕਿ ਇੱਕ ਪਾਸੇ ਤੇ ਕਿਹਾ ਜਾ ਰਿਹਾ ਕਿ ਇਹ ਸਾਰੇ ਲੋਕ ਜਿਹੜੇ ਹਿੰਦੂ ਹੈ ਔਰ ਦੂਸਰੇ ਪਾਸੇ ਉਹਨਾਂ ਦੇ ਹੱਕਾਂ ਤੋਂ ਉਹਨਾਂ ਨੂੰ ਮਹਿਰੂਮ ਰੱਖਣ ਵਾਸਤੇ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ ਜਾ ਰਹੀ। ਸੋ ਇਹ ਵਰਤਾਰਾ ਲਗਾਤਾਰ ਚੱਲਦਾ ਰਿਹਾ। ਚਲਦੇ ਉਸ ਤੋਂ ਅੱਗੇ ਡਾਕਟਰ ਅੰਬੇਦਕਰ ਸਾਹਿਬ ਨੇ ਇਹ ਸਾਰੀਆਂ ਗੱਲਾਂ ਚੱਲਣ ਤੋਂ ਬਾਅਦ ਸੰਵਿਧਾਨ ਸਭਾ ਦੇ ਅੰਦਰ ਪਹੁੰਚਣ ਦਾ ਜਿਹੜਾ ਵਿਰਤਾਂਤ ਹੈ ਉਹ ਵੀ ਇੰਨਾ ਔਖਾ ਵਿਰਤਾਂਤ ਹੈ ਕਿ ਜਿਹੜੀ ਉਸ ਵੇਲੇ ਦੀ ਹੁਕਮਰਾਨ ਪਾਰਟੀ ਜਿਹੜੀ ਬਣ ਜਾ ਰਹੀ ਹੈ ਉਹ ਪਾਰਟੀ ਦੇ ਜਿਹੜੇ ਸਰਦਾਰ ਪਟੇਲ ਜੀ ਹੈ ਉਹ ਪਟੇਲ ਜੀ ਇੱਕ ਇੱਥੋਂ ਤੱਕ ਵੀ ਜਿਹੜਾ ਵਿਰਤਾਂਤ ਮਿਲਦਾ ਹੈ ਕਿ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਡਾਕਟਰ ਅੰਬੇਦਕਰ ਨੂੰ ਕਿਸੇ ਵੀ ਤਰ੍ਹਾਂ ਸੰਵਿਧਾਨ ਘਾੜਨੀ ਸਭਾ ਦੇ ਅੰਦਰ ਤੱਕ ਨਹੀਂ ਪਹੁੰਚਣ ਦੇਣਾ, ਉਹਦੇ ਸਾਰੇ ਇੰਤਜ਼ਾਮ ਕਰ ਲਏ ਗਏ ਆ। ਸੋ ਉਹ ਬੜੇ ਦੌਰ ਦੇ ਵਿੱਚੋਂ ਗੁਜ਼ਰਦੇ ਹੋਏ ਡਾਕਟਰ ਅੰਬੇਦਕਰ ਸਾਹਿਬ ਇੱਥੇ ਪਹੁੰਚਦੇ ਆ। ਪਰ ਪਹੁੰਚਣ ਤੋਂ ਬਾਅਦ ਫਿਰ ਦੇਸ਼ ਦੇ ਅੰਦਰ ਆਜ਼ਾਦੀ ਤੋਂ ਬਾਅਦ ਸੰਵਿਧਾਨ ਦਾ ਬਣਨਾ, ਸੰਵਿਧਾਨ ਦਾ ਲਾਗੂ ਹੋ ਜਾਣਾ ਔਰ ਲਾਗੂ ਹੋਣ ਤੋਂ ਬਾਅਦ ਪਹਿਲੀ ਇਲੈਕਸ਼ਨ ਦਾ ਹੋਣਾ। ਹੁਣ ਇਹਨੂੰ ਸਰ ਥੋੜਾ ਜਿਹਾ ਗੌਰ ਨਾਲ ਦੇਖਣਾ ਪਏਗਾ ਕਿ ਪਹਿਲੀ ਇਲੈਕਸ਼ਨ ਦਾ ਹੋਣਾ ਜਿਸ ਏਡੀ ਵੱਡੀ ਪਰਸਨੈਲਿਟੀ ਨੇ ਪੂਰੇ ਸਿਸਟਮ ਨੂੰ ਸਮਝ ਕੇ ਦੇਸ਼ ਦੇ ਅੰਦਰ ਇੱਕ ਵੀ ਖੂਨ ਦਾ ਕਤਰਾ ਬਹਾਏ ਬਗੈਰ ਏਡਾ ਵੱਡਾ ਬਦਲਾਅ ਲਿਆ ਕੇ ਔਰ ਦੇਸ਼ ਦਾ ਸੰਵਿਧਾਨ ਜਿਹੜਾ ਹੈ ਉਹ ਅਗਲੀਆਂ ਪੀੜ੍ਹੀਆਂ ਵਾਸਤੇ ਵੀ ਦੇ ਦਿੱਤਾ। ਔਰ ਉਹ ਪਰਸਨੈਲਿਟੀ ਜਦੋਂ ਇਲੈਕਸ਼ਨ ਦੇ ਅੰਦਰ ਉਤਰਦੀ ਹੈ ਤੇ ਉਹਨਾਂ ਨੂੰ ਉਹਨਾਂ ਦੇ ਇੱਕ ਪੀਏ ਨੂੰ ਸਾਹਮਣੇ ਖੜਾ ਕਰਕੇ
ਹੀ ਇਲੈਕਸ਼ਨ ਦੇ ਅੰਦਰ ਹਰਾ ਦਿੱਤਾ ਜਾਂਦਾ। ਇਹ ਸਾਬਤ ਕਰਦਾ ਹੈ ਕਿ ਕਿਸ ਵੱਡੇ ਪੱਧਰ ਦੀ ਕੰਸਪਾਇਰਸੀ ਚੱਲਦੀ ਹੈ। ਸੋ ਅੱਜ ਦੀ ਜਿਹੜੀ ਸਥਿਤੀ ਬਣੀ ਹੋਈ ਆ ਇਹਨੂੰ ਉਸੇ ਦੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ, ਕਿਉਂਕਿ ਜਦੋਂ ਡਾਕਟਰ ਅੰਬੇਦਕਰ ਸਾਹਿਬ ਉਸ ਵੇਲੇ ਦੀ ਸਥਿਤੀ ਦੇ ਅੰਦਰ ਇੱਕ ਕਿਸਮ ਦੇ ਨਾਲ ਰਾਏ ਸਾਹਿਬ ਮੈਂ ਤੁਹਾਡੇ ਕੋਲ ਆਉਣਾ, ਆਪਾਂ ਇਸ ਸਥਿਤੀ ਦੇ ਅੱਗੇ ਚੱਲਦੇ ਆਂ। ਚਾਨਾ ਜੀ ਨੂੰ ਵੀ ਨਾਲ ਜੋੜ ਲਈ। ਚਾਨਾ ਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੋ ਰਾਏ ਜੀ ਨੇ ਕਿਹਾ? ਰਾਏ ਸਾਹਿਬ ਨੇ ਬਿਲਕੁਲ ਠੀਕ ਦਿਸ਼ਾ ਦੇ ਵਿੱਚ ਜਿਹੜਾ ਨਾ ਉਹ ਵਧਾਈ ਹੈ ਗੱਲ। ਔਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇੱਥੋਂ ਦੇ ਜਿਹੜੇ ਸੋਸਾਇਟੀ ਦਾ ਲੈਣ ਦੀ ਉਹਨਾਂ ਨੇ ਚੋਣਾਂ ਤੇ ਗੱਲ ਲੈ ਆਏ ਉਹ। ਅੱਛਾ, ਉਹ ਹਾਂ ਮੈਂ ਫਿਰ ਵੀ ਥੋੜਾ ਜਿਹਾ ਇੱਕ ਛੋਟੀ ਜਿਹੀ ਟਿੱਪਣੀ ਕਰ ਦੇਵਾਂ। ਉਹ ਇਸ ਕਰਕੇ ਕਿ ਇਹ ਜਿਸ ਤਰ੍ਹਾਂ ਦਾ ਸੰਘਰਸ਼ ਇਸ ਦੇਸ਼ ਦੇ ਵਿੱਚ ਚੱਲ ਰਿਹਾ ਸੀਗਾ ਜਾਤ ਪਾਤ ਦੇ ਨਜ਼ਰੀਏ ਤੋਂ, ਅਨਟੱਚੇਬਿਲਿਟੀ ਦੇ ਖਿਲਾਫ, ਔਰ ਜਿਨ੍ਹਾਂ ਨੂੰ ਡਿਪਰੈਸਡ ਕਲਾਸਿਸ ਉਹਨਾਂ ਦੇ ਉੱਤੇ ਜਿਹੜੇ ਜ਼ੁਲਮ ਹੁੰਦੇ ਸੀਗੇ, ਜਿਹੜਾ ਬਾਬਾ ਸਾਹਿਬ ਨੇ ਜਿਹਦਾ ਨਾਂ ਦਿੱਤਾ ਕਿ ਡਿਪਰੈਸਡ ਕਲਾਸਿਸ ਦਾ, ਉਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਪਹਿਲਾਂ ਵੀ ਜਿਹੜਾ ਚੱਲ ਰਿਹਾ ਸੀ ਉਹ ਇਹਨਾਂ ਨੇ ਬਾਖੂਬੀ ਪੁਆਇੰਟ ਆਊਟ ਕਰ ਦਿੱਤਾ। ਮੈਂ ਉਹਦੇ 'ਚ ਨਹੀਂ ਜਾਂਦਾ ਹੈ ਨਾ। ਔਰ ਪਰ ਉਹ ਤੋਂ ਅੱਗੇ ਆ ਕੇ ਜਦੋਂ ਬਾਬਾ ਸਾਹਿਬ ਉਸ ਨੂੰ ਟੇਕ ਅਪ ਕਰਦੇ ਆ, ਉਦੋਂ ਉਹ ਬਹੁਤ ਸਾਰੀਆਂ ਤਬਦੀਲੀਆਂ ਉਹਦੇ ਵਿੱਚ ਲਿਆਉਣ ਦਾ ਯਤਨ ਕਰਦੇ ਕਿ ਉਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਏ। ਬਾਬਾ ਸਾਹਿਬ ਕਹਿੰਦੇ ਆ ਕਿ ਵੀ ਸਾਡੇ ਗੁਰੂਆਂ ਨੇ, ਸੰਤਾਂ ਨੇ ਬਹੁਤ ਸੰਘਰਸ਼ ਕੀਤਾ ਪਰ ਤਬਦੀਲੀ ਆਈ ਨਹੀਂ, ਹੈ ਨਾ। ਔਰ ਉਹ ਤਬਦੀਲੀ ਲਿਆਉਣ ਦੇ ਬਹੁਤ ਸਾਰੀ ਉਹਨਾਂ ਨੇ ਲੜਾਈਆਂ ਲੜੀਆਂ, ਬਹੁਤ ਸਾਰਾ ਵਿਚਾਰਧਾਰਕ ਸੰਘਰਸ਼ ਕੀਤਾ ਜਿਹੜਾ ਔਨ ਰਿਕਾਰਡ ਹੈਗਾ। ਬਹੁਤ ਸ਼ਾਨਦਾਰ ਸਟਰਗਲ ਹੈ। ਔਰ ਸੁਸਾਇਟੀ ਵਿੱਚ ਤਬਦੀਲੀ ਕਿਵੇਂ ਆਏਗੀ, ਉਹਦੇ ਵਿੱਚ ਦਲਿਤ ਸਮਾਜ ਨੂੰ ਔਰ ਅਛੂਤ ਉਸ ਸਮੇਂ ਕਿਹਾ ਜਾਂਦਾ ਜਿਹੜਾ ਸੀਗਾ ਸਮਾਜ ਨੂੰ ਹਰਕਤ ਦੇ ਵਿੱਚ ਲਿਆਂਦਾ, ਜਿਹੜਾ ਸੰਘਰਸ਼ ਦੇ ਵਿੱਚ ਪਾਇਆ, ਉਹ ਉਹਨਾਂ ਦੀ ਬਹੁਤ ਵੱਡੀ ਦੇਣ ਸੀ। ਸਮਾਜਿਕ ਚੇਂਜ ਵੱਲ ਨੂੰ ਤਬਦੀਲੀ ਲਿਆਉਣ ਦਾ ਜਿਹੜਾ ਸੰਘਰਸ਼ ਆ ਉਹਦੇ ਵਿੱਚ ਬਹੁਤ ਵੱਡੀ ਦੇਣ ਸੀਗੀ। ਔਰ ਉਹਨਾਂ ਨੇ ਕਿਹਾ ਵੀ ਕਿ ਜੇਕਰ ਤੁਸੀਂ ਉੱਠ ਕੇ ਲੜੋਗੇ ਨਹੀਂ, ਤੁਰੋਗੇ ਨਹੀਂ, ਤਾਂ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਦੂਜੀ ਰਹੀ ਗੱਲ ਕਿ ਇਹ ਕਿਸ ਤਰ੍ਹਾਂ ਹੋਏਗਾ, ਜਦੋਂ ਬਾਬਾ ਸਾਹਿਬ ਜਿੱਦਾਂ ਜ਼ਿਕਰ ਕੀਤਾ ਕਿ ਉਹ ਪੜ੍ਹ ਕੇ ਜਦੋਂ ਵਾਪਸ ਆਉਂਦੇ ਹੀ ਆ ਇੰਡੀਆ ਦੇ ਵਿੱਚ, ਲੰਡਨ ਬਾਅਦ 'ਚ ਜਾਂਦੇ ਆ, ਉਸ ਸਮੇਂ ਮੌਂਟੇਗੂ ਕਮਿਸ਼ਨ ਆਉਂਦਾ ਆ ਇੰਡੀਆ ਦੇ ਵਿੱਚ। ਉਹ ਉਸ ਕਮਿਸ਼ਨ ਨੂੰ ਵੀ ਮਿਲਦੇ ਆ, ਉਹਨਾਂ ਨੂੰ ਮੌਂਟੇਗੂ ਨੂੰ ਇੰਗਲੈਂਡ 'ਚ ਵੀ ਮਿਲੇ ਸੀਗੇ। ਔਰ ਉੱਥੋਂ ਹੀ ਉਹਨਾਂ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਕਿ ਇਸ ਦੇਸ਼ ਦੇ ਵਿੱਚ ਰਾਜਨੀਤਿਕ ਢਾਂਚਾ ਜਦੋਂ ਦੇਸ਼ ਆਜ਼ਾਦ ਹੋਵੇ ਤਾਂ ਉਹ ਕਿਹੋ ਜਿਹਾ ਹੋਣਾ ਚਾਹੀਦਾ। ਔਰ ਉਹੀ ਜਾਣਕਾਰੀ 'ਚ ਲੈ ਕੇ ਆਉਂਦੇ ਆ ਕਿ ਬਹੁਤ ਵੱਡਾ ਭਾਰੀ ਸੈਕਸ਼ਨ ਜਿਹਦੀ ਗਿਣਤੀ ਕੋਈ 5.5-6 ਕਰੋੜ ਦੇ ਕਰੀਬ ਹੈਗਾ, ਉਹਨਾਂ ਦੀ ਹਾਲਤ ਹੈ ਜਿਹੜੀ ਉਹ ਪਹਿਲੀ ਵਾਰ ਦੁਨੀਆ ਦੇ ਲੈਵਲ ਦੇ ਉੱਤੇ ਲੋਕਾਂ ਦੀ ਜਾਣਕਾਰੀ ਦੇ ਵਿੱਚ ਲੈ ਕੇ ਆਉਂਦੇ ਆ, ਜਿਹਨੇ ਬਾਬਾ ਸਾਹਿਬ ਦਾ ਵੀ ਇੰਨਾ ਕੱਦ ਉੱਚਾ ਕੀਤਾ ਕਿ ਵੈਸਟ ਦੀ ਪ੍ਰੈਸ ਜਦੋਂ ਪਹਿਲੀ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਬੋਲੇ ਔਰ ਪ੍ਰੈਸ ਨੇ ਕਿਹਾ ਕਿ ਇੰਡੀਆ ਨੇ ਇੱਕ ਨੌਜਵਾਨ ਨੇਤਾ ਪੈਦਾ ਕਰ ਲਿਆ। ਔਰ ਉਸ ਰਾਊਂਡ ਟੇਬਲ ਕਾਨਫਰੰਸ ਦਾ ਕਾਂਗਰਸ ਨੇ ਬਾਈਕਾਟ ਕੀਤਾ ਹੋਇਆ ਸੀ। ਸੋ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਸਾਈਮਨ ਕਮਿਸ਼ਨ ਦਾ ਵੀ ਜ਼ਿਕਰ ਕੀਤਾ, ਸਾਈਮਨ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਪਰ ਉਹ ਤੋਂ ਪਹਿਲਾਂ ਸਾਈਮਨ ਕਮਿਸ਼ਨ ਨੂੰ ਕੀ ਕਹਿਣਾ ਜਾਂ ਕਿਸ ਤਰ੍ਹਾਂ ਦਾ ਸੰਵਿਧਾਨ ਬਣਨਾ ਚਾਹੀਦਾ ਆ ਜਾਂ ਕੀ ਹੋਣਾ ਚਾਹੀਦਾ, ਉਹ ਕਾਂਗਰਸ ਨੇ ਜਾਂ ਉਸ ਸਮੇਂ ਦੀ ਜਿਹੜੀ ਸਭ ਤੋਂ ਵੱਡੀ ਪਾਰਟੀ ਸੀ ਉਹਨੇ ਇੱਕ ਸਰਬ ਪਾਰਟੀ ਕਾਨਫਰੰਸ ਕੀਤੀ, ਉਹਦੇ ਵਿੱਚ ਇੱਕ ਕਮੇਟੀ ਵੀ ਬਣਾ ਦਿੱਤੀ। ਪਰ ਉਹਦੇ ਵਿੱਚ ਅਛੂਤ ਜਿਹੜੇ ਜਾਤੀ ਦੇ ਐਡੀ ਭਾਰੀ ਗਿਣਤੀ ਵਿੱਚ ਲੋਕ ਸੀ, ਉਹਨਾਂ ਦੇ ਕਿਸੇ ਪ੍ਰਤੀਨਿਧ ਨੂੰ ਨਹੀਂ ਬੁਲਾਇਆ, ਹੈ ਨਾ। ਫਿਰ ਇਹ ਹੋਇਆ ਕਿ ਵੀ ਫਿਰ ਸਾਡੀ ਪ੍ਰਤੀਨਿਧਤਾ ਕੌਣ ਕਰੇਗਾ। ਉਹਦੇ ਲਈ ਬਾਬਾ ਸਾਹਿਬ ਸਾਈਮਨ ਕਮਿਸ਼ਨ ਨੂੰ ਮਿਲੇ, ਆਪਣਾ ਸਾਰਾ ਲੈ ਕੇ ਜਿਹੜਾ ਨਾ ਖੋਜ ਸੀ ਜਿਹੜੀ ਇਸ ਦੇਸ਼ ਦੇ ਬਾਰੇ 'ਚ, ਔਰ ਉਹਨਾਂ ਨੂੰ ਬਹੁਤ ਸਾਰੀਆਂ ਹੈਰਾਨੀਜਨਕ ਗੱਲਾਂ ਵੀ ਉਹਨਾਂ ਦੇ ਧਿਆਨ 'ਚ ਲਿਆਂਦੀਆਂ। ਫਿਰ ਉਹ ਇੰਡੀਆ ਐਕਟ 1935 ਜਿਹੜਾ ਨਾ ਉਹ ਹੋਂਦ ਵਿੱਚ ਆਇਆ। ਇੱਕ ਥੋੜ੍ਹੀ ਜਿਹੀ ਐਡ ਇਹ ਕਰ ਦੇਵਾਂ ਕਿ ਇਹ ਰਾਏ ਸਾਹਿਬ ਨੇ ਨਾ ਉਸ ਤੋਂ ਅਗਲੀ ਇਲੈਕਸ਼ਨ ਦੀ ਗੱਲ ਜਿਹੜੀ ਨਾ ਉਹ ਬਾਖੂਬੀ ਪੇਸ਼ ਕਰ ਦਿੱਤੀ ਹੈ। ਪਰ ਉਸ ਤੋਂ ਪਹਿਲਾਂ ਜਿਹੜੀ 37 ਦੇ ਵਿੱਚ ਇਲੈਕਸ਼ਨ ਹੋਈ, ਉਦੋਂ ਉਹ ਬੰਬੇ ਵਿਧਾਨ ਸਭਾ ਦੀ ਚੋਣ ਦੇ ਵਿੱਚ ਉਹਨਾਂ ਨੇ 17 ਆਪਣੇ ਕੈਂਡੀਡੇਟ ਖੜੇ ਕੀਤੇ ਸੀ, 15 ਜਿੱਤ ਗਏ ਸੀ। ਔਰ ਉਸ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦੇ ਬਿੱਲ ਲੈ ਕੇ ਆਏ ਬਾਬਾ ਸਾਹਿਬ, ਉਹ ਮਾਰਵਲਸ ਹੈਗੇ ਆ। ਉਹ ਜਾਣੀ ਇੱਕ ਇਤਿਹਾਸ ਰਚਿਆ ਜਿਹੜਾ ਉਹਨਾਂ ਨੇ, ਜਦੋਂ ਲੇਬਰ ਦੇ ਮਾਮਲੇ ਦੇ ਵਿੱਚ ਬਿੱਲ ਲੈ ਕੇ ਆਏ, ਜਾਂ ਜਿਹੜਾ ਉੱਥੋਂ ਦਾ ਜਿਹੜਾ ਜ਼ਮੀਨੀ ਆਪਣਾ ਇੱਥੋਂ ਦੇ ਪੰਜਾਬ ਦੇ ਹਿਸਾਬ ਨਾਲ ਕਹਿ ਲਈਏ ਕਿ ਜਿਹੜੇ ਖੇਤ ਮਜ਼ਦੂਰਾਂ ਦਾ ਜਾਂ ਉੱਥੇ ਖੋਤੀ ਸਿਸਟਮ ਕਹਿੰਦੇ ਸੀ ਉਹਨੂੰ, ਉਹਦੇ ਖਿਲਾਫ ਜਿਹੜਾ ਉਹਨਾਂ ਨੇ ਬਿੱਲ,
ਔਰ ਇਸ ਤਰ੍ਹਾਂ ਦੇ ਬੜੇ ਮਾਰਵਲਸ ਬਿੱਲ ਜਿਹੜੇ ਆ ਨਾ ਉਹਦੇ ਵਿੱਚ ਪੇਸ਼ ਕੀਤੇ ਔਰ ਪਾਸ ਵੀ ਹੋਏ। ਸੋ ਇਸ ਕਰਕੇ ਜਿਹੜੇ ਅਗਲੀ ਇਲੈਕਸ਼ਨ ਜਿਹੜਾ ਜ਼ਿਕਰ ਕਰਦੇ ਆ ਔਰ ਉਹਦੇ 'ਚ ਕਿਉਂਕਿ ਉਸ ਦੇ ਚੁਣੇ ਹੋਏ ਪ੍ਰਤੀਨਿਧ ਹੀ ਸੰਵਿਧਾਨ ਘੜਨ ਵਾਲੀ ਅਸੈਂਬਲੀ 'ਚ ਜਾਣੇ ਸੀ ਉਹਨਾਂ ਦੇ ਵਿੱਚੋਂ ਹੀ, ਇਸ ਕਰਕੇ ਕੋਸ਼ਿਸ਼ ਇਹ ਕੀਤੀ ਗਈ ਕਿ ਬਾਬਾ ਸਾਹਿਬ ਅਸੈਂਬਲੀ ਤੱਕ ਪਹੁੰਚ ਹੀ ਨਾ ਸਕਣ। ਇਹਨਾਂ ਨੇ ਪਟੇਲ ਸਾਹਿਬ ਦੀ ਇੱਕ ਕੋਟੇਸ਼ਨ ਜਿਹੜੀ ਹੈ ਉਹ ਬਹੁਤ ਮਸ਼ਹੂਰ ਹੈਗੀ ਆ, ਉਹ ਕਹਿੰਦੇ ਕਿ ਮੈਂ ਦਰਵਾਜ਼ੇ ਖਿੜਕੀਆਂ ਹੀ ਨਹੀਂ, ਮੈਂ ਰੋਸ਼ਨਦਾਨ ਵੀ ਬੰਦ ਕਰ ਦਿੱਤੇ ਆ ਬਾਬਾ ਸਾਹਿਬ ਵਾਸਤੇ ਅੰਦਰ ਆਉਣ ਦੇ। ਬਾਅਦ ਦੇ ਵਿੱਚ ਫਿਰ ਜੋ ਵਾਪਰਦਾ ਹੈਗਾ ਉਹ ਸਾਡੇ ਸਾਹਮਣੇ। ਸੋ ਇਸ ਕਰਕੇ ਜਿਹੜਾ ਸੰਘਰਸ਼ ਬਾਬਾ ਸਾਹਿਬ ਦਾ ਕਿ ਦਲਿਤ ਲੋਕ, ਪੂਤ ਕਹੇ ਜਾਣ ਵਾਲੇ ਲੋਕ, ਉਹਨਾਂ ਦੀ ਇੱਕ ਪ੍ਰੋਪਰ ਪ੍ਰਤੀਨਿਧਤ ਹੋਵੇ ਸਾਰੇ ਰਾਜਨੀਤਿਕ ਪ੍ਰਬੰਧ ਦੇ ਵਿੱਚ, ਉਹਦੇ ਲਈ ਉਹਨਾਂ ਨੇ ਸੰਘਰਸ਼ ਜਿਹੜਾ ਲੜਿਆ ਆ ਉਹ ਜਿੱਤ ਵੀ ਗਏ ਸੀ। ਉਹ ਰਾਊਂਡ ਟੇਬਲ ਕਾਨਫਰੰਸ ਵਿੱਚੋਂ ਜਿੱਤ ਕੇ ਮੁੜੇ ਸੀਗੇ, ਜਿਸ ਨੂੰ ਜਿਹੜਾ ਯਰਬਦਾ ਜੇਲ੍ਹ ਦੇ ਵਿੱਚ ਮਰਨ ਵਰਤ ਰੱਖ ਕੇ ਮਹਾਤਮਾ ਗਾਂਧੀ ਨੇ ਉਲਟਾ ਕਰ ਦਿੱਤਾ। ਸੋ ਇਸ ਕਰਕੇ ਮੈਂ ਉਹਦੀ ਸਿਰਫ ਇੰਨੀ ਐਡੀਸ਼ਨ ਹੀ ਕਰਨਾ ਚਾਹੁੰਦਾ ਸੀ। ਰਾਏ ਸਾਹਿਬ, ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਜਿਹੜੀ 52 ਦੀ ਇਲੈਕਸ਼ਨ ਹੋਈ ਉੱਥੇ ਜਦੋਂ ਡਾਕਟਰ BR ਅੰਬੇਦਕਰ ਹੋਣੀ ਹਾਰੇ, ਤਾਂ ਉਸ ਤੋਂ ਬਾਅਦ ਦੀ ਜਿਹੜੀ ਅੱਗੇ ਸਥਿਤੀ ਜਦੋਂ ਅਸੀਂ ਬਹੁਜਨ ਸਮਾਜ ਪਾਰਟੀ ਤੱਕ ਆ ਜਾਂਦੇ ਹਾਂ, ਤਾਂ ਉਸ ਤੋਂ ਅੱਗੇ ਤੁਸੀਂ ਕੀ ਕਹਿਣਾ ਚਾਹੁੰਦੇ ਜਦੋਂ ਬਾਬੂ ਕਾਂਸ਼ੀ ਰਾਮ ਜੀ ਦਾ ਉਭਾਰ ਹੁੰਦਾ? ਹਾਂ ਜੀ ਸਰ, ਚਾਨਾ ਸਾਹਿਬ ਨੇ ਬਹੁਤ ਅੱਛੇ ਪੁਆਇੰਟ ਸਰ ਫਰੰਟ ਤੇ ਲਿਆਂਦੇ ਆ। ਇਹਦੇ ਵਿੱਚੋਂ ਹੀ ਇੱਕ ਪੁਆਇੰਟ ਨਿਕਲ ਕੇ ਆਉਂਦਾ ਜਿਹੜਾ BSP ਦੀ ਅੱਜ ਦੀ ਸਥਿਤੀ ਦੇ ਨਾਲ ਬਹੁਤ ਢੁਕਵਾਂ ਆ। ਉਹ ਢੁਕਵਾਂ ਪੁਆਇੰਟ ਹੈ ਕਿ ਜਿਹੜਾ ਰਾਊਂਡ ਟੇਬਲ ਕਾਨਫਰੰਸ ਦੇ ਵਿੱਚੋਂ ਕਮਿਊਨਲ ਅਵਾਰਡ ਮਿਲਦਾ ਆ। ਕਮਿਊਨਲ ਅਵਾਰਡ ਤੋਂ ਬਾਅਦ ਜਿਹੜਾ ਪੂਨਾ ਪੈਕਟ ਹੁੰਦਾ ਆ, ਜਿਹਦੇ 'ਚ ਮਹਾਤਮਾ ਗਾਂਧੀ ਨੇ ਯਰਬਦਾ ਜੇਲ੍ਹ ਦੇ ਅੰਦਰ ਜਿਹੜਾ ਵਰਤ ਰੱਖਿਆ, ਉਹ ਵਰਤ ਤੋਂ ਬਾਅਦ ਫਿਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਔਰ ਜਿਹੜਾ ਮਹਾਤਮਾ ਗਾਂਧੀ ਦੇ ਦਰਮਿਆਨ ਜਿਹੜਾ ਪੈਕਟ ਹੁੰਦਾ ਉਹਨੂੰ ਪੂਨਾ ਪੈਕਟ ਕਹਿੰਦੇ ਆ। ਉਹ ਪੂਨਾ ਪੈਕਟ ਜਿਹੜਾ ਅੱਜ ਦੀ ਜਿਹਨੂੰ ਰੈਜ਼ਰਵੇਸ਼ਨ ਕਿਹਾ ਜਾਂਦਾ ਹੈਗਾ, ਉਸ ਵੇਲੇ ਦੀ ਪ੍ਰਤੀਨਿਧਤਾ ਜਿਹੜੀ ਹੈ ਉਹ ਮਹਾਤਮਾ ਗਾਂਧੀ ਵੱਲੋਂ ਤੇ ਜਿਹੜੇ ਉਸ ਵੇਲੇ ਦੇ ਉਹਦੇ ਨਾਲ ਜਿਹੜੇ ਕਾਂਗਰਸ ਦੇ ਪ੍ਰਤੀਨਿਧ ਹੈਗੇ ਉਹਨਾਂ ਵੱਲੋਂ ਮਤਲਬ ਆਪ ਡਰਾਫਟ ਕਰਕੇ ਆਪ ਦਿੱਤਾ ਗਿਆ ਉਹ ਪੈਕਟ ਹੈ। ਹੁਣ ਉਸ ਪੈਕਟ ਤੋਂ ਬਾਅਦ ਜਦੋਂ 52 ਦੇ ਵਿੱਚ ਡਾਕਟਰ ਅੰਬੇਦਕਰ ਸਾਹਿਬ ਦੀ ਜਿਹੜੀ ਇਲੈਕਸ਼ਨ ਦੇ ਅੰਦਰ ਹਾਰ ਹੋ ਜਾਂਦੀ ਹੈ ਤੇ ਉਹ ਇਹ ਸਪਸ਼ਟ ਕਰਦੇ ਆ ਕਿ ਜਿਹੜਾ ਮੈਂ ਕਮਿਊਨਲ ਅਵਾਰਡ ਤੋਂ ਬਾਅਦ ਉਹ ਜਿਹੜੀ ਸਥਿਤੀ ਆਈ ਹੈ, ਉਸ ਸਥਿਤੀ ਦੇ ਕਰਕੇ ਹੀ ਮੈਨੂੰ ਹਰਾਇਆ ਗਿਆ। ਵੀ ਇਹ ਜਿਹੜੀ ਸਥਿਤੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਪ੍ਰਤੀਨਿਧ ਜਿਹੜੇ ਹੈਗੇ ਆ ਉਹ ਚੁਣੇ ਨਹੀਂ ਜਾ ਸਕਦੇ, ਔਰ ਉਸੇ ਸਥਿਤੀ ਦੇ ਕਰਕੇ ਹੀ ਡਾਕਟਰ ਅੰਬੇਦਕਰ ਸਾਹਿਬ ਹਾਰਦੇ ਆ। ਤੇ ਇਹ ਜਿਹੜੀ ਉਸ ਵੇਲੇ ਦੀ ਮੌਜੂਦਾ ਜਿਹੜਾ ਢਾਂਚਾ ਹੈਗਾ, ਜਿਹੜੇ ਢਾਂਚੇ ਦੇ ਵਿੱਚ ਇੱਕ ਪਾਸੇ ਅਛੂਤ ਕਹੇ ਜਾਣ ਵਾਲੇ ਡਿਪਰੈਸਡ ਸਾਰੇ ਲੋਕ ਹੈਗੇ ਆ ਤੇ ਦੂਸਰੇ ਪਾਸੇ ਸੋ ਕਾਲਡ ਅਪਰ ਕਾਸਟਾਂ ਜਿਹੜੀਆਂ ਹੈਗੀਆਂ ਉਹ ਆਪਣਾ ਪੂਰਾ ਗਲਵਾ ਸਿਸਟਮ ਦੇ ਉੱਤੇ ਬਣਾ ਲੈਂਦੀਆਂ ਤੇ ਡਾਕਟਰ ਅੰਬੇਦਕਰ ਸਾਹਿਬ ਨੂੰ ਪੂਰੀ ਤਰ੍ਹਾਂ ਕਾਰਨਰ ਜਿਹੜਾ ਕਰਨ ਦਾ ਜਿਹੜਾ ਆ ਉਹ ਮਤਲਬ ਢੰਗ ਤਰੀਕੇ ਲੱਭੇ ਜਾਂਦੇ ਆ। ਬਟ ਫੋਰਚੂਨੇਟਲੀ ਕਹਿ ਲਈਏ ਵੀ ਉਸ ਵੇਲੇ ਤੱਕ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ, ਚਾਹੇ ਉਹਨਾਂ ਨੇ ਬਾਬਾ ਸਾਹਿਬ ਦੇ ਨਾਲ ਕਿਸੇ ਵੇਲੇ ਵੀ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ, ਉਹਨਾਂ ਦੇ ਜਿਉਂਦਿਆਂ ਉਹਨਾਂ ਨੇ ਕਿਤੇ ਉਹਨਾਂ ਨੂੰ ਸਟੱਡੀ ਨਹੀਂ ਕਰ ਸਕੇ, ਬਟ ਉਹਨਾਂ ਦਾ ਇੱਕ ਸਾਥੀ ਜਦੋਂ ਡਾਕਟਰ ਮਾਨਿਆਵਰ ਕਾਂਸ਼ੀ ਰਾਮ ਜੀ DRDO ਦੇ ਅੰਦਰ ਬਤੌਰ ਸਾਇੰਟਿਸਟ ਜੌਬ ਕਰ ਰਹੇ ਸੀਗੇ ਤੇ ਉਹਨਾਂ ਦਾ ਇੱਕ ਰੂਮ ਪਾਰਟਨਰ ਜਿਹੜੇ ਬਹੁਤ ਅੱਛੀ ਤਰ੍ਹਾਂ ਬਾਬਾ ਸਾਹਿਬ ਦੇ ਬਾਰੇ 'ਚ ਜਾਣਦੇ ਸੀਗੇ ਤੇ ਅਕਸਰ ਉਹਨਾਂ ਨੂੰ ਇਹਨਾਂ ਦੀਆਂ ਗੱਲਾਂ ਮਤਲਬ ਪ੍ਰੇਰਨਾਦਾਇਕ ਕਰਦੇ ਰਹਿੰਦੇ ਸੀਗੇ ਵੀ ਬਾਬਾ ਸਾਹਿਬ ਆਹ ਕਰ ਰਹੇ ਆ, ਬਟ ਇਹਨਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ। ਹਾਂ, ਦਿੱਕਤ ਉਦੋਂ ਉਹਨਾਂ ਨੂੰ ਸਮਝ ਆਈ ਕਿ ਜਦੋਂ ਬਾਬਾ ਸਾਹਿਬ ਦਾ ਪਰਿਨਿਰਵਾਣ ਹੋ ਜਾਂਦਾ ਤੇ ਉਹ ਗਿਆਨੀ ਜੀ ਲਗਾਤਾਰ 3 ਦਿਨ ਤੱਕ ਕੋਈ ਖਾਣਾ ਨਹੀਂ ਖਾਂਦੇ, ਸਿਰਫ ਸਿਗਰਟਾਂ ਪੀ ਜਾਂਦੇ ਆ ਤੇ ਚਾਹ ਪੀ ਜਾਂਦੇ ਆ ਤੇ ਉਹ ਇੰਨੇ ਕੁ ਦੁਖੀ ਹੁੰਦੇ ਆ। ਤੇ ਉਸ ਵੇਲੇ ਫਿਰ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਇਹ ਗੱਲ ਸਮਝਦੇ ਆ ਕਿ ਇਹ ਕੋਈ ਬਹੁਤ ਵੱਡੀ ਹਸਤੀ ਆ ਜਿਹਦੀਆਂ ਕਾਰਵਾਈਆਂ ਤੋਂ ਇੰਨੇ ਇਹ ਪ੍ਰਭਾਵਿਤ ਹੋ ਕੇ ਅੱਜ ਉਹਨਾਂ ਦੇ ਜਾਣ ਦੇ ਉੱਤੇ ਦੁਖੀ ਹੈ। ਤੇ ਫਿਰ ਉਹ ਵੀ ਇਸ ਮੂਵਮੈਂਟ ਦੇ ਅੰਦਰ ਉਤਰਦੇ ਆ ਤੇ ਉਤਰਨ ਤੋਂ ਬਾਅਦ ਉਹ ਜਿਹੜੀ ਬਾਬਾ ਸਾਹਿਬ ਨੇ ਰਿਪਬਲਿਕਨ ਪਾਰਟੀ ਦੀ ਤੁਸੀਂ ਗੱਲ ਕੀਤੀ ਹੈ, ਉਹ ਰਿਪਬਲਿਕਨ ਪਾਰਟੀ ਜਿਹੜੀ ਹੈ ਉਹਦਾ ਢਾਂਚਾ ਜਿਹੜਾ ਹੈ ਉਹ ਦੇ ਚੁੱਕੇ ਹੁੰਦੇ ਆ ਤੇ ਉਹ ਰਿਪਬਲਿਕਨ ਪਾਰਟੀ ਦੇ ਜਿਹੜੇ ਕਾਰਕੁਨ ਹੈਗੇ ਆ, ਜਿਹੜੇ ਬਾਬਾ ਸਾਹਿਬ ਦੇ ਨਾਲ ਵੀ ਕੰਮ ਕਰਦੇ ਰਹੇ ਆ, ਤੁਸੀਂ ਅੰਦਾਜ਼ਾ ਲਗਾਓਗੇ ਕਿ ਜਿਹੜੇ ਲੋਕ ਬਾਬਾ ਸਾਹਿਬ ਦੇ ਨਾਲ ਕੰਮ ਕਰਦੇ ਰਹੇ ਆ ਉਹਨਾਂ ਨੂੰ ਵੀ ਕਾਂਗਰਸ ਨੇ ਤੇ ਕਾਂਗਰਸ ਦੀ ਲੀਡਰਸ਼ਿਪ ਨੇ ਇਸ ਕਦਰ ਭ੍ਰਮਿਤ ਕਰ ਲਿਆ ਕਿ ਇੱਕ ਸਮਾਂ ਇਦਾਂ ਦਾ ਆ ਗਿਆ ਕਿ ਜਿਹੜੀ ਅਲਾਇੰਸ
ਰਿਪਬਲਿਕਨ ਪਾਰਟੀ ਔਰ ਕਾਂਗਰਸ ਦੇ ਦਰਮਿਆਨ ਹੋਇਆ। ਇੱਕ ਸੀਟ ਜਿਹੜੀ ਹੈ ਉਹ ਮਹਾਰਾਸ਼ਟਰ ਦੀ ਉਹ ਰਿਪਬਲਿਕਨ ਪਾਰਟੀ ਨੂੰ ਦਿੱਤੀ ਗਈ ਤੇ ਬਾਕੀ ਦੀਆਂ ਜਿਹੜੀਆਂ 542 ਸੀਟਾਂ ਆ ਉਹਦੇ ਤੇ ਕਾਂਗਰਸ ਆਪ ਲੜਾਈ ਲੜਨ ਵਾਸਤੇ ਮੈਦਾਨ ਚ ਉਤਰੀ ਹੈ। ਤੇ ਜਿਹਦੇ ਤੋਂ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਹੋਣਾ ਨੂੰ ਕਾਫੀ ਆਘਾਤ ਪਹੁੰਚਿਆ ਵੀ ਇਹ ਕਿਹੜੇ ਲੈਵਲ ਦਾ ਜਿਹੜਾ ਹੈਗਾ ਅਲਾਇੰਸ ਹੋਇਆ। ਸੋ ਉਸ ਵੇਲੇ ਫਿਰ ਉਹ ਬਾਬਾ ਸਾਹਿਬ ਨੂੰ ਦੁਬਾਰਾ ਤੋਂ ਇਸ ਸਿਸਟਮ ਦੇ ਅੰਦਰ ਸਮਝ ਕੇ ਤੇ ਪਹਿਲਾਂ ਉਹ ਜਿਹੜਾ ਹੈ ਐਮਪਲੋਈਜ਼ ਦਾ ਇੱਕ ਸੰਗਠਨ ਜਿਹਨੂੰ ਫੈਡਰੇਸ਼ਨ ਕਿਹਾ ਜਾਂਦਾ ਹੈ ਉਹ ਫੈਡਰੇਸ਼ਨ ਖੜੀ ਕਰਦੇ ਆ। ਉਹ ਫੈਡਰੇਸ਼ਨ ਖੜੀ ਕਰਕੇ ਉਹਦੇ ਮਾਧਿਅਮ ਤੋਂ ਪੂਰੇ ਭਾਰਤ ਦੇ ਅੰਦਰ ਕਰੀਬ 5 ਲੱਖ ਤੋਂ ਜ਼ਿਆਦਾ ਪੜ੍ਹੇ ਲਿਖੇ ਤੇ ਹਾਈਲੀ ਕੁਆਲੀਫਾਈਡ ਜੌਬ ਵਾਲੇ ਲੋਕਾਂ ਨੂੰ ਉਹ ਇਸ ਸਾਰੇ ਮਿਸ਼ਨ ਦੇ ਨਾਲ ਜੋੜ ਕੇ ਤੇ ਫਿਰ ਉਹ 1978 ਦੇ ਅੰਦਰ ਜਿਹੜਾ ਹੈਗਾ ਉਹ ਬਾਮਸੇਫ ਦਾ ਗਠਨ ਕਰਦੇ ਆ। 1978 ਤੋਂ ਬਾਅਦ 81 ਤੱਕ ਪਹੁੰਚਦੇ ਉਹ ਇੱਕ DSO4 ਨਾਂ ਦੀ ਜਿਹੜੀ ਸੰਸਥਾ ਹੈ, ਕਿਉਂਕਿ ਜਿਹੜੀ ਐਮਪਲੋਈਜ਼ ਦਾ ਸੰਗਠਨ ਹੈ ਉਹ ਲੋਕਾਂ ਨੂੰ ਜਾਣਕਾਰੀ ਤਾਂ ਦੇ ਸਕਦਾ ਹੈ, ਸਾਧਨ ਤਾਂ ਮੁਹੱਈਆ ਕਰਾ ਸਕਦਾ, ਪਰ ਫੋਰਫਰੰਟ ਦੇ ਉੱਤੇ ਲੜਾਈ ਨਹੀਂ ਲੜ ਸਕਦਾ। ਔਰ ਉਸ ਤੋਂ ਬਾਅਦ ਫਿਰ ਜਿਹੜਾ ਲੋਕਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਸੜਕ ਦੇ ਉੱਤੇ ਮੈਦਾਨ ਦੇ ਵਿੱਚ ਲੜਾਈ ਲੜਨ ਵਾਸਤੇ DSO4 ਨਾਂ ਦੀ ਜਿਹੜੀ ਸੰਸਥਾ ਹੈ ਉਹਨੂੰ ਖੜੀ ਕਰਦੇ ਆ। ਤੇ ਉਹ 81 ਚ ਖੜੀ ਕਰਨ ਤੋਂ ਬਾਅਦ ਉਹਦੇ ਮਾਧਿਅਮ ਤੋਂ ਵੀ ਜਿਹੜੀਆਂ ਚੋਣਾਂ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਲੜਦੇ ਆ। ਸੋ ਕਾਫੀ ਅੱਛੀ ਪ੍ਰਾਪਤੀ ਜਿਹੜੀ ਹੈ ਉਹ ਲੋਕਾਂ 'ਚ ਉਤਸ਼ਾਹ ਪੈਦਾ ਕਰਨ ਵਾਸਤੇ ਲੈ ਕੇ ਆਉਂਦੇ ਆ। ਔਰ ਉਸ ਤੋਂ ਬਾਅਦ 84 ਚ ਆ ਕੇ 14 ਅਪ੍ਰੈਲ ਨੂੰ ਇਹ ਜਿਹੜੀ ਅੱਜ ਦੀ ਬਹੁਜਨ ਸਮਾਜ ਪਾਰਟੀ ਹੈ ਫਿਰ ਇਹਦਾ ਉਹ ਜਿਹੜਾ ਬਕਾਇਦਾ ਜਿਹੜਾ ਅਨਾਉਂਸਮੈਂਟ ਹੈ ਉਹ ਕਰਦੇ ਆ ਔਰ ਗਠਨ ਕਰ ਦਿੰਦੇ ਆ। ਸੋ ਉਸ ਵੇਲੇ ਤੱਕ ਪੂਰੇ ਸਮਾਜ ਦੇ ਅੰਦਰ ਇਸ ਸੰਸਥਾ ਦੇ ਕਾਰਕੁਨਾਂ ਦਾ ਤੇ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਦਾ ਬਹੁਤ ਅੱਛਾ ਪ੍ਰਭਾਵ ਬਣ ਚੁੱਕਾ ਹੈ ਤੇ ਇੱਕ ਲਹਿਰ ਇਸ ਲੈਵਲ ਦੀ ਬਣ ਚੁੱਕੀ ਹੈ ਕਿ ਇਕੱਲੇ ਜਿਹੜੇ ਅਛੂਤਾਂ ਦੇ ਨਾਲ ਜਿਹੜੇ ਨੌਨ ਅਛੂਤ ਜਿਹੜੇ ਡਿਪਰੈਸਡ ਕਲਾਸਿਸ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਲੱਗ ਚੁੱਕੀ ਹੈ ਤੇ ਉਹ ਵੀ ਇਸ ਮੂਵਮੈਂਟ ਦਾ ਹਿੱਸਾ ਬਣ ਚੁੱਕੇ ਹੁੰਦੇ ਆ। ਸੋ ਉਹ ਅੱਗੇ ਗੱਲ ਵਧਿਆਂ ਜਿਹੜੀ ਤੁਸੀਂ ਪਹਿਲਾਂ ਕਰ ਚੁੱਕੇ ਹੋ ਕਿ 1991 ਤੱਕ ਆਉਂਦਿਆਂ ਪੰਜਾਬ ਦੀ ਸਥਿਤੀ 'ਚ ਆ ਕੇ ਜਿੱਥੇ 9 MLA ਵੀ ਜਿੱਤਦੇ ਆ। ਸੋ ਉਸ ਦੇ ਨਾਲ ਅਗਲਾ ਸਟੈਪ ਜਿਹੜਾ ਆਉਂਦਾ ਆ ਵੀ ਉਹ ਸਟੈਪ ਬੜਾ ਇੰਪੋਰਟੈਂਟ ਹੈ। ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੇ ਦਰਮਿਆਨ 1996 ਦੇ ਅੰਦਰ ਇੱਕ ਗੱਠਜੋੜ ਹੁੰਦਾ ਹੈ ਔਰ ਉਸ ਗੱਠਜੋੜ ਦੇ ਨਾਲ ਜਿਹੜੀਆਂ ਪੰਜਾਬ ਦੇ ਅੰਦਰ ਉਸ ਵੇਲੇ 12 ਸੀਟਾਂ ਹੈ ਤੇ ਉਹਨਾਂ 12 ਸੀਟਾਂ ਦੇ ਵਿੱਚੋਂ 11 ਦੇ ਉੱਤੇ ਅਲਾਇੰਸ ਹੋ ਜਾਂਦਾ ਹੈ। 11 ਦੇ ਉੱਤੇ ਅਲਾਇੰਸ ਹੋ ਜਾਂਦਾ। 3 ਜਿਹੜੀਆਂ ਹੈ ਉਹ ਬਹੁਜਨ ਸਮਾਜ ਪਾਰਟੀ ਦੇ ਹਿੱਸੇ 'ਚ ਤੇ 8 ਜਿਹੜੀਆਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 'ਚ ਆਉਂਦੀਆਂ। ਤੁਸੀਂ ਇਹ ਦੇਖੋ ਕਿ ਮੂਵਮੈਂਟ ਦਾ ਸ਼ਿਖਰ ਕਿੱਥੇ ਤੱਕ ਪਹੁੰਚਿਆ ਹੋਇਆ ਕਿ 8 ਦੀਆਂ 8 ਅਕਾਲੀ ਦਲ ਦੇ ਨਾਲ ਰਲ ਕੇ ਉਹਨਾਂ ਨੂੰ ਵੀ ਜਿਤਾ ਦਿੱਤੀਆਂ ਜਾਂਦੀਆਂ ਤੇ 3 ਜਿਹੜੀਆਂ ਆਪਣੇ ਹਿੱਸੇ ਦੀਆਂ ਸੀਗੀਆਂ ਜਿਹਦੇ ਤੇ ਇੱਕ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਆਪ ਤੇ 2 ਜਿਹੜੇ ਹੈਗੇ ਆ ਉਹ ਇੱਕ ਹਰਭਜਨ ਲਾਖਾ ਜੀ ਔਰ ਇੱਕ ਜਿਹੜੇ ਹੈ ਮੋਹਨ ਸਿੰਘ ਫਲੀਆਵਾਲਾ, ਹਾਂ ਫਿਰੋਜ਼ਪੁਰ ਤੋਂ ਮੋਹਨ ਸਿੰਘ ਫਲੀਆਵਾਲਾ ਜੀ। ਮਤਲਬ 3 ਜਿਹੜੇ MP ਇਹ ਵੀ ਮਤਲਬ 11 ਸੀਟਾਂ ਤੇ ਜਿਹੜਾ ਸਾਂਝੇ ਕੈਂਡੀਡੇਟ ਆ ਉਹ ਜਿੱਤ ਜਾਂਦੇ ਆ ਤੇ 12ਵੀਂ ਸੀਟ ਦੇ ਉੱਤੇ ਦੋਨਾਂ ਪਾਰਟੀਆਂ ਦੇ ਦਰਮਿਆਨ ਆਪਣੇ ਆਪਣੇ ਕਾਰਕੁਨ ਉਤਾਰਨ ਦਾ ਫੈਸਲਾ ਹੋਇਆ ਸੀ ਤੇ ਉਹ ਦੋਨੋਂ ਜਿਹੜੇ ਕਾਰਕੁਨ ਹੈ ਬੇਸ਼ੱਕ ਹਾਰ ਜਾਂਦੇ ਪਰ ਦੋਨਾਂ ਦੀ ਵੋਟ ਜੋੜ ਕੇ ਜਦੋਂ ਦੇਖਿਆ ਜਾਂਦਾ ਤੇ ਉਹ ਜਿੱਤੇ ਹੋਏ ਕੈਂਡੀਡੇਟ ਤੋਂ ਕਿਤੇ ਜ਼ਿਆਦਾ ਸੀ। ਕਹਿਣ ਤੋਂ ਭਾਵ ਕਿ ਜੇ ਅਲਾਇੰਸ 12 ਸੀਟਾਂ ਤੇ ਲੜਦਾ ਤੇ 12 ਦੀਆਂ 12 ਸੀਟਾਂ ਜਿਹੜੀਆਂ ਜਿੱਤੀਆਂ ਜਾਣੀਆਂ ਸੀ। ਇਸ ਸਥਿਤੀ ਤੱਕ 96 ਚ ਆ ਚੁੱਕਾ। ਬਟ ਇਹ ਹਾਲਾਤ ਹੁਣ ਜਿਹੜੀ ਗੱਲ ਅੱਜ ਸਪਸ਼ਟ ਕਰਨੀ ਬਣਦੀ ਹੈ ਕਿ ਇਹ ਹਾਲਾਤ ਇੱਥੋਂ ਤੱਕ ਬਣ ਗਏ ਕਿ ਇਹ ਜਿਹੜੀਆਂ ਫੋਰਸਿਸ ਜਿਹੜੀਆਂ ਇਸ ਸੁਸਾਇਟੀ ਨੂੰ ਦਬਾ ਕੇ ਰੱਖਣਾ ਚਾਹੁੰਦੀਆਂ ਸੀਗੀਆਂ ਤੇ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਦਾ ਜਿਹੜਾ ਫਾਰਮੂਲਾ ਹੈ 1585 ਵਾਲਾ ਜਿਹਦੇ ਚੋਂ ਸਾਰੇ ਦੇ ਸਾਰੇ ਬਹੁਜਨ ਜਿਹਦੇ ਚ SC ST OBC ਤੇ ਜਿਹੜੀਆਂ ਰਿਲੀਜੀਅਸ ਕਨਵਰਟਡ ਮਾਈਨੋਰਿਟੀਜ਼ ਹੈਗੀਆਂ ਉਹਨਾਂ ਨੂੰ ਇੱਕ ਪਲੇਟਫਾਰਮ ਤੇ 85% ਦਾ ਨਾਮ ਜਿਹੜਾ ਹੈ ਉਹ ਗਿਣਤੀ ਦੇ ਹਿਸਾਬ ਨਾਲ ਦੇ ਚੁੱਕੇ ਆ ਤੇ ਜਿਹੜਾ 15% ਹੈ ਉਹਦੇ ਚ ਬ੍ਰਾਹਮਣ ਬਾਣੀਆਂ ਤੇ ਕਸ਼ਤਰੀ ਸਿਰਫ ਇਹ ਲੋਕ ਉਹਦੇ ਚ ਆਉਂਦੇ ਆ ਤੇ ਉਹ ਸਾਰਿਆਂ ਦੀ ਸਥਿਤੀ ਨੂੰ ਲੋਕਾਂ ਤੱਕ ਬੜੇ ਸਪਸ਼ਟ ਢੰਗ ਨਾਲ ਦੱਸ ਕੇ ਤੇ ਲੋਕਾਂ ਨੂੰ ਤਿਆਰ ਕਰ ਚੁੱਕੇ ਹੁੰਦੇ ਆ
ਤੇ ਜਿਹੜਾ ਇਹ 15% ਨੂੰ ਰਿਪਰੈਜ਼ੈਂਟ ਕਰਨ ਵਾਲੀਆਂ ਉਸ ਵੇਲੇ ਸਾਰੀਆਂ ਪਾਰਟੀਆਂ ਆ ਦੇਸ਼ ਦੇ ਵਿੱਚ, ਉਹ ਇੱਕ ਪਾਸੇ ਹੋ ਕੇ ਤੇ ਇਸ ਜਿਹੜਾ ਗੱਠਜੋੜ ਹੈ ਉਸ ਗੱਠਜੋੜ ਨੂੰ ਜਿਹੜਾ ਹੈ ਉਹ ਇੱਥੋਂ ਤੱਕ ਆਘਾਤ ਪਹੁੰਚਾਉਂਦੀਆਂ ਕਿ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਜਿਹੜਾ ਹੈ ਉਹ ਖਤਮ ਹੋ ਜਾਂਦਾ, ਤੇ ਇਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਜਿਹਨੂੰ ਬੀਜੇਪੀ ਕਿਹਾ ਜਾਂਦਾ ਉਹਦੇ ਨਾਲ ਹੋ ਜਾਂਦਾ, ਔਰ ਉਹ ਲਗਭਗ ਜਿਹੜਾ ਹੈ ਉਹ 96 ਤੋਂ ਚੱਲ ਕੇ ਤੇ ਇਹ 2021 ਤੱਕ ਉਹ ਲਗਾਤਾਰ ਚੱਲਦਾ ਹੈ। ਸੋ ਉਸੇ ਦਰਮਿਆਨ ਹੀ ਇਹ ਸਾਰੀਆਂ ਫੋਰਸਿਸ ਜਿਹੜੀਆਂ ਉਹ ਇਸ ਕਦਰ ਲੋਕਾਂ ਨੂੰ ਭ੍ਰਮਿਤ ਕਰਦੀਆਂ ਕਿ ਇਹਦੇ ਚੋਂ ਜਿਹੜੀ ਬਹੁਜਨ ਰਾਜਨੀਤੀ ਹੈ ਉਹ ਫੇਰ ਇੱਕ ਵਾਰ ਪਿਛੜਦੀ ਆ, ਜਿਸ ਤਰ੍ਹਾਂ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਹਰਾਇਆ ਸੀਗਾ। ਦੂਜੇ ਸਟੈਪ ਤੇ ਆ ਕੇ ਉਹਨਾਂ ਨੇ ਫੇਰ ਇਹ ਜਿਹੜਾ ਗਠਬੰਧਨ ਹੋਇਆ ਇਸ ਗਠਬੰਧਨ ਨੂੰ ਤੋੜਿਆ, ਔਰ ਇਸ ਗਠਬੰਧਨ ਤੋਂ ਬਾਅਦ ਲਗਾਤਾਰ ਇਸ ਜਿਹੜੀ ਮੂਵਮੈਂਟ ਹੈ ਇਹਨੂੰ ਨੁਕਸਾਨ ਦਰ ਨੁਕਸਾਨ ਪਹੁੰਚਦਾ ਗਿਆ, ਔਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਅੰਦਰ ਅੱਜ ਦਾ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਗਠਬੰਧਨ ਹੋਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ, ਇਹ ਗਠਬੰਧਨ ਜਿਹੜਾ ਹੈ ਇਹਨੇ ਬਹੁਤ ਅੱਛੇ ਰਿਜ਼ਲਟ ਦੇਣੇ ਸੀ, ਕਿਉਂਕਿ ਉਹਨਾਂ ਦੇ ਕੋਲ ਪਿਸ਼ਟ ਭੂਮੀ 'ਚ ਉਹ ਇੱਕ ਰਿਕਾਰਡ ਇੱਕ ਮੀਲ ਪੱਥਰ ਪਿਆ ਸੀਗਾ ਕਿ ਜਦੋਂ ਇਹ ਇਕੱਠੇ ਹੋਏ ਆ ਤੇ ਪੰਜਾਬ ਦੀ ਇਹਨਾਂ ਨੇ ਸਥਿਤੀ ਬਦਲੀ ਆ। ਇਸ ਕਰਕੇ ਮੈਂ ਇੱਥੇ ਹੁਣ ਸਪਸ਼ਟ ਕਰਨਾ ਚਾਹਾਂਗਾ ਕਿ ਇਹਨੂੰ ਆਪਾਂ ਅੱਜ ਦੀ ਸਥਿਤੀ ਜਿਹੜੀ ਹੈਗੀ ਉਹਨੂੰ ਕੱਲੀ ਇੱਥੋਂ ਨਾ ਦੇਖੀਏ, ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜਾਂ ਭਾਰਤੀ ਜਨਤਾ ਪਾਰਟੀ ਦੀ ਸੋਚ ਰੱਖਣ ਵਾਲੀਆਂ ਹੋਰ ਜਿਹੜੀਆਂ ਪੋਲੀਟੀਕਲ ਵਿੰਗ ਹੈਗੇ ਆ ਇਹਦੇ, ਉਹ ਸਾਰੇ ਦੇ ਸਾਰੇ ਕਿੱਦਾਂ ਕੰਮ ਕਰਦੇ ਆ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਕੱਲੀ ਹਾਰ ਬਹੁਜਨ ਸਮਾਜ ਪਾਰਟੀ ਦੀ ਨਹੀਂ ਹੈ, ਜਾਂ ਕੱਲੀ ਹਾਰ ਇਹ ਬਹੁਜਨ ਰਾਜਨੀਤੀ ਦੀ ਨਹੀਂ ਹੈ, ਇਹ ਹਾਰ ਬਹੁਤ ਜਿਹੜੇ ਬਾਕੀ ਦੇ ਬਹੁਜਨ ਲੋਕ ਹੈ ਜਿਹਦੇ ਚ SC ST OBC ਤੇ ਰਿਲੀਜੀਅਸ ਮਾਈਨੋਰਿਟੀਜ਼ ਆਉਂਦੀਆਂ, ਉਹ ਸਾਰੀਆਂ ਦੀ ਹਾਰ ਹੈ। ਔਰ ਉਹਨੂੰ ਹਾਰ ਨੂੰ ਇੱਥੇ ਤੱਕ ਲਿਆਉਣ ਵਾਸਤੇ ਇੱਕ ਬਹੁਤ ਵੱਡੇ ਪੱਧਰ ਦੀ ਸਾਜ਼ਿਸ਼ ਜਿਹੜੀ ਰਚੀ ਗਈ, ਉਹ ਸਾਜ਼ਿਸ਼ ਅਸੀਂ ਇਹਨੂੰ ਗੌਰ ਨਾਲ ਦੇਖੀ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਸ਼ੁਰੂ ਹੋਇਆ ਸੀ ਕਿਸਾਨੀ ਸੰਘਰਸ਼ 3 ਕਾਨੂੰਨਾਂ ਨੂੰ ਲੈ ਕੇ, ਔਰ ਪੂਰੇ ਭਾਰਤ ਦੇ ਅੰਦਰ ਉਹ ਖਿਲਰਿਆ, ਪੂਰੇ ਭਾਰਤ ਦੇ ਅੰਦਰ ਖਿਲਰ ਕੇ ਦਿੱਲੀ ਦੇ ਬਰੂਹਾਂ ਦੇ ਉੱਤੇ ਜਾ ਕੇ ਪੂਰੀ ਦਿੱਲੀ ਮੈਂ ਤੁਹਾਡੇ ਕੋਲ ਰਾਏ ਸਾਹਿਬ ਆਉਣਾ ਇਹ ਜਾਨਾ ਜੀ, ਇਹ ਜਿਸ ਤਰ੍ਹਾਂ ਗੱਲ ਕਰ ਰਿਹਾ ਰਾਏ ਸਾਹਿਬ ਕਿਸਾਨ ਅੰਦੋਲਨ ਤੋਂ ਤਾਂ ਇੱਕ ਵੱਖਰੇ ਤੌਰ ਤੇ ਆਪਾਂ ਲਵਾਂਗੇ, ਪਰ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਜ਼ਿਆਦਾ ਅਸਰ ਉੱਤਰੀ ਭਾਰਤ 'ਚ ਦੇਖਣ ਨੂੰ ਮਿਲਦਾ ਹੈਗਾ। ਮਹਾਰਾਸ਼ਟਰ ਤੋਂ ਬਾਅਦ ਜਿਹੜਾ ਬਾਬੂ ਕਾਂਸ਼ੀ ਰਾਮ ਹੋਣਾ ਵਾਲਾ ਆਭਾਰ ਹੈ ਨਾ, ਇਹਦਾ ਜਿਹੜਾ ਪੰਜਾਬ ਹੈ, ਮੱਧ ਪ੍ਰਦੇਸ਼ ਹੈ, ਰਾਜਸਥਾਨ ਹੈ, ਉੱਤਰ ਪ੍ਰਦੇਸ਼ ਹੈ, ਇਹਦੇ 'ਚ ਦੇਖਣ ਨੂੰ ਮਿਲਦਾ। ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਹੈਗਾ ਪੰਜਾਬ ਦਾ, ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸਭ ਤੋਂ ਪਹਿਲੀ ਜਿਹੜੀ ਵੱਡੀ ਸਫਲਤਾ ਪੰਜਾਬ 'ਚ ਉਹਨਾਂ ਨੂੰ ਕਿਉਂ ਮਿਲੀ? ਇਸ ਡਿਸਕਸ਼ਨ ਦੇ ਵਿੱਚ ਆਉਣ ਤੋਂ ਪਹਿਲਾਂ ਨਾ ਮੈਂ ਇੱਕ ਛੋਟਾ ਜਿਹਾ ਹੋਰ ਸਵਾਲ ਕਲੀਅਰ ਕਰਵਾਉਣਾ ਚਾਹੁੰਦਾ ਰਾਏ ਸਾਹਿਬ ਤੋਂ, ਕਿ ਜਦੋਂ ਪਹਿਲੀ ਵਾਰੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਮੋਰਚਾ ਬਣਿਆ ਸੀਗਾ, ਪੋਲੀਟੀਕਲ ਮੋਰਚਾ, ਉਹਦੇ 'ਚ ਉਹਨਾਂ ਦੀ ਬੜੀ ਵੱਡੀ ਜਿੱਤ ਹੋਈ, ਔਰ ਉਹਦੀ ਕਲਾਸ ਕੰਪੋਜੀਸ਼ਨ ਆਪਾਂ ਬਾਅਦ 'ਚ ਦੇਖਦੇ ਹਾਂ, ਪਰ ਉਹ ਫਿਰ ਦੁਬਾਰਾ ਹੋਂਦ ਵਿੱਚ ਜਾਂ ਉਹ ਕੰਟੀਨਿਊ ਕਿਉਂ ਨਾ ਰਹਿ ਸਕਿਆ ਤੇ ਉਹ ਟੁੱਟਿਆ ਕਿਉਂ, ਕਿਹਨੇ ਤੋੜਿਆ, ਉਹ ਕਾਰਨ ਕੀ ਸੀ ਉਹਦੇ? ਜੀ ਹਾਂ ਸਰ, ਬਹੁਤ ਅੱਛਾ ਸਵਾਲ ਹੈ। ਮੈਂ ਇਹਨੂੰ ਹੀ ਜਨ ਸਾਹਿਬ ਕੁਆਲੀਫਾਈ ਕਰਨਾ ਚਾਹੁੰਦਾ ਸੀਗਾ ਕਿ ਜਿਹੜੀਆਂ ਐਂਟੀ ਫੋਰਸਿਸ ਹੈਗੀਆਂ ਨਾ, ਉਹ ਇੰਨੀਆਂ ਅਲਰਟ ਮੋਡ ਦੇ ਵਿੱਚ ਰਹਿੰਦੀਆਂ ਕਿ ਇਹ ਇੱਕ ਤਾਂ ਜਿੱਦਾਂ ਹੀ ਬਹੁਜਨ ਰਾਜਨੀਤੀ ਜਿਹੜੀ ਹੈ ਉਹ ਸੰਗਠਿਤ ਰੂਪ 'ਚ ਸਾਹਮਣੇ ਆਏਗੀ, ਇਹਦੇ ਰਿਜ਼ਲਟ ਬਹੁਤ ਵੱਡੇ ਹੋ ਸਕਦੇ, ਕਿਉਂਕਿ ਮਾਨੇਵਾਰ ਸਾਹਿਬ ਨੇ 85-15 ਦਾ ਫਾਰਮੂਲਾ ਦੇ ਦਿੱਤਾ, ਔਰ ਜਿੱਦਾਂ ਹੀ ਇਹ 85-15 ਦਾ ਫਾਰਮੂਲਾ ਲੋਕਾਂ ਦੇ ਅੰਦਰ ਗਰਾਊਂਡ ਦੇ ਉੱਤੇ ਉਤਰਦਾ ਹੈ ਤੇ ਇਹਨੂੰ ਬਹੁਤ ਵੱਡੀ ਸਪੋਰਟ ਮਿਲਦੀ ਹੈ। ਸੋ ਉਹਨੂੰ ਉਸ ਵੇਲੇ ਟੁੱਟਣ ਦਾ ਕਾਰਨ ਵੀ ਜਿਹੜੀ ਇੱਕ ਪਾਸੇ ਤਾਂ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਹੁੰਦਾ, ਤੇ ਦੂਸਰੇ ਪਾਸੇ ਜਿਹੜੀ ਹੈ ਬੀਜੇਪੀ ਉਸ ਵੇਲੇ ਜਿਹੜੀ ਹੈ ਉਹ ਉਭਾਰ ਵੱਲ ਨੂੰ ਜਾ ਰਹੀ ਹੁੰਦੀ ਹੈ, ਤੇ ਉਹਨੂੰ ਉਹ ਤੁਸੀਂ ਨੋਟ ਕੀਤਾ ਹੋਏਗਾ ਕਿ ਕੱਲੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਅਲਾਇੰਸ ਨਹੀਂ ਕਰਦੀ, ਉਹ ਲਗਾਤਾਰ ਬਹੁਤ ਸਾਰੀਆਂ ਛੋਟੀਆਂ ਦੂਸਰੀਆਂ ਸਟੇਟਾਂ ਦੇ ਅੰਦਰ ਜਿਹੜੀਆਂ ਪਾਰਟੀਆਂ ਉਹਨਾਂ ਦੇ ਨਾਲ ਵੀ ਅਲਾਇੰਸ ਕਰਦੀ ਹੈ। ਉਹਦੇ ਅਲਾਇੰਸ ਕਰਨ ਦਾ ਇੱਕੋ ਹੀ ਕਾਰਨ ਹੈ ਕਿ ਜੇ ਉਹ ਅਲਾਇੰਸ 'ਚ ਨਹੀਂ ਜਾਂਦੀ ਤੇ ਉਹ ਜਿਹੜਾ ਅਲਾਇੰਸ ਹੈ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਹੋ ਜਾਣਾ, ਤੇ ਇਹ ਜਿਹੜਾ ਬਹੁਜਨ ਰਾਜਨੀਤੀ ਹੈ ਉਹ ਬਹੁਤ ਵੱਡੇ ਪੱਧਰ ਤੇ ਅੱਗੇ ਚਲੇ ਜਾਣੀ ਹੈ। ਇਸ ਕਰਕੇ ਇਹ ਵੀ ਇੱਕ ਸਾਜ਼ਿਸ਼ ਦੇ ਤਹਿਤ ਹੀ ਉਸ ਵੇਲੇ ਦਾ ਇਹ ਗਠਬੰਧਨ ਟੁੱਟਿਆ, ਔਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਬੀਜੇਪੀ ਦੇ ਨਾਲ ਗਿਆ।
ਸੋ ਅੱਜ ਦੀ ਸਥਿਤੀ ਫਿਰ ਦੁਬਾਰਾ ਉਦਾਂ ਦੀ ਬਣੀ ਕਿ ਉਹਦੇ ਚੋਂ ਜਦੋਂ यूपी ਦੇ ਅੰਦਰ ਇੱਕ ਸਟੇਜ ਦੇ ਉੱਤੇ ਆ ਕੇ ਪੂਰੀ ਦੀ ਪੂਰੀ ਜਿਹੜੀ ਫੁੱਲ ਮੈਜੋਰਿਟੀ ਦੇ ਨਾਲ ਉੱਥੇ ਇੱਕ ਸਰਕਾਰ ਬਣ ਜਾਂਦੀ ਹੈ। ਭਾਰਤ ਦੀ ਸਭ ਤੋਂ ਵੱਡੀ ਜਨਸੰਖਿਆ ਵਾਲਾ सूबा आ, उस सूबे दे अंदर बहुजना की सरकार बन जाती है और लोगों को पूर्ण रूप च प्रतिनिधित्व मिलती है, चाहे वो मुहामडन है उन्होंने भी, ते चाहे वो अपर कास्ट है उन्होंने भी, ते चाहे वो मिडल कास्टां जिहड़ियां हैगियां शेड्यूल्ड कास्ट और अपर कास्ट के विचकार उन्हां सारियां नूं प्रतिनिधित्व मिलती है। और जदों ये प्रतिनिधित्व का फार्मूला उन्होंने पता लगता उन्होंने पसीने छुटने शुरू हो जाते हैं, तो इस करके वो यूपी तो बाद फिर नवा फार्मूला लैके आउंदे आ। वो फार्मूला जिन्हों आप सिविल सोसाइटी का जिहड़ा दिल्ली के अंदर पहला जिहड़ा है एजुटेशन आरंभिया गया, वो उस तो पहला आपां सिविल सोसाइटी की किते एक्टिविटी नज़र नहीं आती। सिविल सोसाइटी दे विच आउण वाले सारे दे सारे लोग तुसीं उन्हां नूं डिमार्केट करके देखोगे कि वो एक खास वर्ग दे विचों आए आ, और खास वर्ग दे विचों आके उन्हां दे तुसीं नाम दर नाम जदों देखोगे वो सारे नाम भी सिद्धे तौर ते जां असिद्धे तौर ते बीजेपी जां आप जिहड़ी अज दी है इन्हां दे नाल सिद्धे तौर ते जुड़े हुंदे आ। और जिद्दां ही आप उत्थे पूर्ण रूप च दिल्ली च काबज हो जाती है, ते उहदे टोटल जिहड़ा सिविल सोसाइटी दे उस जिहड़ा एजुटेशन का एजेंडा वो छड्ड दित्ता जांदा, ते सिविल सोसाइटी की एक्टिविटी भी खत्म हो जाती है। और उहदे विचों निकल के आउंदी है दिल्ली वाली सरकार। ते हुण इसे स्वरूप दे विचों जदों आपां दिल्ली दीयां बरूहां दे उत्ते 3 कानूनां दे नां दे उत्ते जिहड़ा किसानी अंदोलन देखदे आ, मैं जंडू साहब ये स्पष्ट करना चाहांगा कि ये जिहड़ा अंदोलन है, ये अंदोलन भी बीजेपी ने खुद ही लैके आई है। जिद्दां आर्मी दे विच आर्मी नूं ट्रेंड करन वास्ते लगातार एक्टिव रखण वास्ते उन्हां नूं एक आर्टिफिशियल दुश्मन सामने खड़ा करके उहदे ते प्रैक्टिस करवाई जाती है। इदां ही जिहड़ी 15% के फार्मूले दे विच उहने अपने उस केडर नूं ये डर सच्ची मुच्ची दिखाउण वास्ते कि ये तुहाडे सामने दुश्मन खड़े आ, ये दुश्मन तुहानूं जिहड़ा नुकसान पहुंचाणगे, तुसीं जे इकट्ठे ना होए, ते उहने ये 3 कानून, क्योंकि बाकी जगह ते तां वो हिंदू मुस्लिम की लड़ाई लड़ा सकदी सी, बट पंजाब दे विच हिंदू मुस्लिम की लड़ाई नहीं सी लड़ा सकदी, जां दोबारा तो हिंदू मुस्लिम की लड़ाई जिहड़ी वो नहीं दिखा सकदी सी। सो उस करके उन्हें एक किसानी कानून आपे ही लैके आंदे। उहदे तो पहला उन्हें कोई कमेटी नहीं बनाई किसी तरह की सफाई, कोई उच्च पद्धरी जिहड़ी हैगी आ ना कोई जिहड़ा कमीशन बनाया, सीधे आपे ही वो बिल लियाते पास किए, आपे ही वो लागू करते, ते वो लोकां नूं पूरी तरीके दे नाल प्रोवोकेट किया गया। तुसीं अंदाजा लगाओ कि जदों लोग जा रहे आ उन्हां दे रस्ते रोके गए, जदों उत्थे पहुंचदे आ उन्हां ते लाठी चार्ज तो बाद गंदे पानी दीयां बछारां, उस तो बाद जिहड़ा मीडिया आ उहदी वरतों, मीडिया की वरतों तो नाल दी नाल लगातार 11 राउंड ऑफ जिहड़ियां टॉक्स चलदियां पर किसी सिक्के ते नहीं पहुंचते। और उस तो बाद लोकां नूं ये दिखाण वास्ते छड्ड दित्ता जांदा भी ये लोग आ जिहड़े तुहाडे विरोध दे विच खड़े आ। असीं सोचदे सीगे भी शायद जिहड़ा किसानी अंदोलन है ਇਹਦੇ ਵਿੱਚੋਂ ਜਿਹੜੀ ਰਾਜਨੀਤੀ ਬਦਲੇਗੀ, ਪਰ ਰਾਜਨੀਤੀ ਬਦਲੀ ਕੀ ਹੈ ਵੀ ਇੱਕ ਪਾਸੇ 13 ਮਹੀਨੇ ਪੰਜਾਬ ਦੇ ਵਿੱਚ ਇੱਕ ਬਹੁਤ ਘੁਮੱਕੜ ਸਾਥੀ ਜਿਹੜਾ ਰਾਜੇਵਾਲ ਹੈ ਉਹਨੂੰ ਲੀਡ ਕਰਦਾ 13 ਮਹੀਨੇ, ਬਹੁਤ ਸੰਜੀਦਗੀ ਨਾਲ ਲੀਡ ਕਰਦਾ, ਪਰ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦੀ ਆ ਤੇ 13 ਦਿਨਾਂ ਦੇ ਅੰਦਰ ਉਹ 3 ਵੋਟਾਂ ਤੱਕ ਪਹੁੰਚ ਜਾਂਦਾ ਹੈ। ਹੁਣ ਇਹ ਵੀ ਬਹੁਤ ਵੱਡਾ ਸੋਚਣ ਵਾਲਾ ਸਵਾਲ ਹੈ। ਸੋ ਉਹਦੇ ਚੋਂ ਬੀਜੇਪੀ ਜਾਂ ਹਾਂ ਜੀ करो खत्म। हाँ जी, बीजेपी जां आप ने तां अपना जिहड़ा है लोगों नूं एक मैसेज दे के अपने केडर नूं पूरी तरह सुचेत कर लिया, और नाल दी नाल जिहड़ा मीडिया है मतलब जिहड़ा फ्रंट लाइन मीडिया है जिहड़ा मतलब कंप्लीट वो मीडिया ने बहुत बड़ा रोल प्ले किया। उन्हें अपने आप ही एक नैरेटिव चलाया कि पंजाब दे अंदर ये सरकार किसी नूं बहुमत नहीं मिलना, पंजाब दे अंदर किसी नूं बहुमत नहीं मिलना। एक पासे किसानी अंदोलन दे विचों लोगां दा जिहड़ियां पुरानियां पार्टियां हैगियां उन्हां दे अगेंस्ट गुस्सा उत्थे खड़ा कर दिता, ते दूसरे पासे उन्हां ने ये नैरेटिव चला दिता। इस करके पंजाब दे अंदर एक मुश्त लोगां ने अपना जिहड़ियां रवायती पार्टियां सीगियां उन्हां दे उत्ते गुस्सा कढ़दे होए एक नवां जिहड़ा हैगा वो परोसी हुई पार्टी जिन्हों आप कहा जाता
ਉਸ ਆਪ ਦੇ ਨਾਲ ਲੋਕਾਂ ਦਾ ਜੁੜਾਵ ਹੋ ਗਿਆ ਔਰ ਉਹਦੇ ਕਰਕੇ ਅੱਜ ਆਪਾਂ ਦੇਖ ਰਹੇ ਹਾਂ, ਚਾਹੇ ਉਹ ਕਾਂਗਰਸ ਦਾ ਵੋਟਰ ਹੈ ਉਹ ਵੀ ਉਧਰ ਸ਼ਿਫਟ ਹੋਇਆ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਵੋਟਰ ਹੈ ਉਹ ਵੀ ਉਧਰ ਸ਼ਿਫਟ ਹੋਇਆ, ਚਾਹੇ ਉਹ ਕਮਿਊਨਿਸਟਾਂ ਦਾ ਵੋਟਰ ਹੈ ਉਹ ਵੀ ਉਧਰ ਸ਼ਿਫਟ ਹੋਇਆ, ਚਾਹੇ ਉਹ ਇੰਡੀਪੈਂਡੈਂਟ ਕੈਂਡੀਡੇਟ ਅੱਗੇ ਜਿੱਤਦੇ ਸੀਗੇ ਉਹ ਵੋਟਰ ਵੀ ਉਧਰ ਸ਼ਿਫਟ ਹੋਇਆ। ਔਰ ਇਸੇ ਬਹਾਵ ਦੇ ਅੰਦਰ ਦੋ ਢੰਗ ਦੇ ਨਾਲ, ਇੱਕ ਪਾਸੇ ਕਾਂਗਰਸ ਜਿਹੜੀ ਹੈ ਚਾਹੇ ਉਹ ਬਾਬਾ ਸਾਹਿਬ ਨਾਲ ਧੋਖਾ ਕਰਦੀ ਰਹੀ ਹੈ, ਉਸ ਤੋਂ ਬਾਅਦ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਨਾਲ ਕਰਦੀ ਰਹੀ ਹੈ, ਰਿਪਬਲਿਕਨ ਪਾਰਟੀ ਨਾਲ ਕਰਦੀ ਰਹੀ ਹੈ, ਤੇ ਅੱਜ ਫਿਰ ਉਹਨੇ ਪੰਜਾਬ ਦੇ ਅੰਦਰ ਇੱਕ ਟੂਲ ਦੇ ਤੌਰ ਤੇ ਚਰਨਜੀਤ ਸਿੰਘ ਚੰਨੀ ਜੀ ਨੂੰ ਲਿਆ ਕੇ ਤੇ ਲੋਕਾਂ ਦੇ ਸਾਹਮਣੇ ਸ਼ਡਿਊਲਡ ਕਾਸਟਾਂ ਦੇ ਅੰਦਰ ਕਹਿੰਦਾ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਹੁਜਨ ਸਮਾਜ ਪਾਰਟੀ ਜਿਸ ਤਰ੍ਹਾਂ ਇਹਨਾਂ ਨੇ ਇੱਕ ਪ੍ਰਸੰਗ ਬਣਾਇਆ ਹੈਗਾ, ਉਸੇ ਪ੍ਰਸੰਗ ਜੇ ਅਸੀਂ ਦੇਖੀਏ ਤਾਂ ਜਿਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੀ ਇਸ ਤਰ੍ਹਾਂ ਦੀ ਹਾਲਤ ਬਣੀ ਆ, ਦੂਸਰੇ ਪਾਸੇ ਕਾਂਗਰਸ ਨੇ ਜਦੋਂ ਲਿਆਉਣ ਦਾ ਯਤਨ ਕੀਤਾ ਕਿ ਦਲਿਤ ਪੱਤਾ ਖੇਡਣ ਦਾ, ਜਿਹਨੂੰ ਆਪਾਂ ਦੇ ਨਾਂ ਨਾਲ ਪਾਪੂਲਰ ਹੋਈ ਹੈ ਗੱਲ ਪੰਜਾਬ 'ਚ, ਉਹ ਖੇਡਣ ਦਾ ਯਤਨ ਕੀਤਾ ਤਾਂ ਕਾਂਗਰਸ ਵੀ ਉਸੇ ਹਾਲ ਨੂੰ ਗਈ, ਬਹੁਜਨ ਸਮਾਜ ਪਾਰਟੀ ਵੀ ਉਸੇ ਹਾਲ ਨੂੰ ਗਈ। ਜੀ ਜੀ ਇਸ ਗੱਲ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਕਿ ਜਿਹੜਾ ਯੂਨਾਈਟਿਡ ਫਰੰਟ ਦਾ ਪੋਲੀਟਿਕਸ ਹੈ ਨਾ, ਇਹ ਬੜਾ ਇੱਕ ਟ੍ਰਿਕੀ ਕਿਸਮ ਦੀ ਚੀਜ਼ ਹੈਗੀ ਹੈ, ਜਿਹਨੂੰ ਜਿੰਨਾ ਚਿਰ ਨਾ ਸਮਝ ਆਵੇ ਤਾਂ ਉਹ ਐਂ ਲੱਗਦਾ ਕਿ ਯੂਨਾਈਟਿਡ ਫਰੰਟ ਕੀ ਹੈਗਾ। ਫਾਰ ਐਗਜ਼ਾਮਪਲ ਜੇ ਕਿਸਾਨਾਂ ਦੀਆਂ ਦੋ ਪਾਰਟੀਆਂ ਹੋ ਜਾਣ, ਮਜ਼ਦੂਰਾਂ ਦੀਆਂ ਚਾਰ ਹੋ ਜਾਣ, ਜੇ ਉਹ ਆਪਸ ਵਿੱਚ ਮਜ਼ਦੂਰਾਂ ਦੀਆਂ ਪਾਰਟੀਆਂ ਇਕੱਠੀਆਂ ਇੱਕ ਫਰੰਟ ਬਣਾ, ਉਹਨੂੰ ਅਸੀਂ ਨਾ ਯੂਨਾਈਟਿਡ ਫਰੰਟ ਕਹਿਣ ਸ਼ੁਰੂ ਕਰ ਦਿੰਦੇ ਹਾਂ, ਹਨਾ, ਕਿ ਦੋਵਾਂ ਦੇ ਇਕੱਠਿਆਂ ਹੋਣ ਦਾ ਉਹਨੂੰ ਅਸੀਂ ਸਮਝਦੇ ਯੂਨਾਈਟਿਡ ਫਰੰਟ। 2017 ਚ ਬਣਿਆ ਯੂਨਾਈਟਿਡ ਫਰੰਟ ਜੀ। ਹਾਂ ਨਹੀਂ, ਅਸੀਂ ਮਤਲਬ ਯੂਨਾਈਟਿਡ ਫਰੰਟ ਅਸਲ ਦੇ ਵਿੱਚ ਕੀ ਹੁੰਦਾ ਆ? ਯੂਨਾਈਟਿਡ ਫਰੰਟ ਅਸਲ ਦੇ ਵਿੱਚ ਉਹ ਹੁੰਦਾ ਆ ਜਿਹਦੀ ਪ੍ਰੈਕਟਿਸ ਸ਼ੁਰੂ ਕੀਤੀ ਸੀ ਮਾਨਵਰ ਕਾਂਸ਼ੀ ਰਾਮ ਉਹਨਾਂ ਨੇ, ਔਰ ਉਹਦੇ ਵਿੱਚ ਜਿਹੜੀਆਂ ਡਿਫਰੈਂਟ ਕਿਸਮ ਦੀਆਂ ਕਲਾਸਿਸ ਹੈਗੀਆਂ ਆ, ਉਹਨਾਂ ਨੂੰ ਇੱਕ ਜਗ੍ਹਾ ਤੇ ਲਿਆ ਕੇ ਇਕੱਠੇ ਕਰਕੇ ਪੋਲੀਟੀਕਲ ਐਕਸ਼ਨ 'ਚ ਪਾਉਣਾ ਜਿਹੜਾ ਨਾ, ਉਹ ਅਸਲ 'ਚ ਯੂਨਾਈਟਿਡ ਫਰੰਟ ਸੀਗਾ, ਜਿਨ੍ਹਾਂ ਨੂੰ ਉਹ ਕਹਿੰਦੇ ਸੀ ਜੀ 85-15। ਜਾਣੀ ਉਹ 85 ਕੌਣ ਸੀਗੇ? ਉਹ ਬੰਦੇ, ਉਹ ਲੋਕ, ਉਹ ਸੈਕਸ਼ਨ ਜਿਹੜੇ ਉਤਪਾਦਨ ਦੇ ਨਾਲ ਜੁੜੇ ਹੋਏ ਮਿਹਨਤਕਸ਼ ਲੋਕ ਸੀ, ਉਹ ਵੱਖਰੇ ਵੱਖਰੀ ਕਿਸਮ ਦੀਆਂ ਚੀਜ਼ਾਂ ਦਾ ਉਤਪਾਦਨ ਜਿਹੜੇ ਕਰਦੇ ਆ, ਉਹ ਚਾਹੇ ਉਹ ਫਿਰ OBC 'ਚ ਆ ਗਏ ਜਾਂ SC 'ਚ ਆ ਗਏ, ਉਹਨਾਂ ਨੂੰ ਇਕੱਠੇ ਕਰਨ ਦਾ ਮੈਨਾ ਸੀ। ਇੱਕ ਉਹ ਲੋਕ, ਸਾਰੇ ਉਹ ਲੋਕ ਜਿਨ੍ਹਾਂ ਦੇ ਪੈਦਾਵਾਰ ਕੀਤੇ ਹੋਏ ਜਿਹੜੇ ਆ ਵਸਤੂਆਂ, ਉਹਨਾਂ ਤੋਂ ਬਿਨਾਂ ਬੰਦਾ ਜਿਉਂਦਾ ਹੀ ਨਹੀਂ ਰਹਿ ਸਕਦਾ, ਉਹ ਬੰਦੇ ਜਿਹੜੇ ਆ ਨਾ, ਉਹਨਾਂ ਦੀ ਜਿਹੜੀ ਦਫੇੜ ਸੀ ਤਰ੍ਹਾਂ ਤਰ੍ਹਾਂ ਦੇ ਜਾਤਾਂ ਦੇ ਨਾਂ ਦੇ ਉੱਤੇ ਜਾਂ ਥੋੜ੍ਹੇ ਇਕਨੋਮਿਕ ਕੰਟਰਾਡਿਕਸ਼ਨ ਦੇ ਨਾਂ ਦੇ ਉੱਤੇ ਜਿਹੜੀ ਸੀ, ਉਹਨੂੰ ਦੂਰ ਕਰਨ ਦਾ ਇੱਕੋ ਯਤਨ ਸੀਗਾ ਕਿ ਉਹ ਇਕੱਠੇ ਹੋਣ। ਪਰ ਉਹ ਕਿੱਥੋਂ ਤੱਕ ਸਫਲ ਹੋਇਆ? ਜਿਹੜਾ ਪੰਜਾਬ ਦਾ ਯੂਨਾਈਟਿਡ ਫਰੰਟ ਬਣਿਆ ਅਕਾਲੀਆਂ ਦੇ ਨਾਲ, ਉਹ ਬੜਾ ਸਾਫ਼ ਨਜ਼ਰ ਆਉਂਦਾ ਕਿ ਅਕਾਲੀ ਦਲ ਉਦੋਂ ਸੋਲੀ ਇੱਕ ਕਿਸਾਨਾਂ ਦੀ ਜਾਂ ਖੇਤੀ 'ਚ ਲੱਗੇ ਹੋਏ ਲੋਕਾਂ ਦੀ ਪਾਰਟੀ ਸੀ, ਉਹਨਾਂ ਦੀ ਪ੍ਰਤੀਨਿਧ ਪਾਰਟੀ ਸੀਗੀ, ਔਰ ਬਹੁਤ ਮਾਮੂਲੀ ਜਿਹਾ ਕੋਈ ਸੈਕਸ਼ਨ ਕੋਈ ਹੋਰ ਸੀ, ਔਰ ਉਹ ਇੱਕ ਨੈਚੁਰਲ ਯੂਨਾਈਟਿਡ ਫਰੰਟ ਸੀ ਜਿਹੜਾ ਉਦੋਂ ਬਣਿਆ ਸੀ। ਇਸ ਕਰਕੇ ਉਹਨੇ ਬੜੀ ਭਾਰੀ ਜਿੱਤ ਹਾਸਲ ਕੀਤੀ। ਜਦੋਂ ਬਾਅਦ ਦੇ ਵਿੱਚ ਅਕਾਲੀ ਦਲ 'ਚ ਤਬਦੀਲੀਆਂ ਆਉਂਦੀਆਂ, ਅਸੀਂ ਉਹਦਾ ਜਦੋਂ ਕ੍ਰਾਸ ਕਰੈਕਟਰ ਜਿਹੜਾ ਨਾ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਦੇ 'ਚ ਦੂਸਰੇ ਸੈਕਸ਼ਨ, ਇੰਡਸਟਰੀਅਲ ਕਲਾਸ ਜਾਂ ਸ਼ਹਿਰੀ ਲੋਕ ਜਦੋਂ ਪ੍ਰਵੇਸ਼ ਕੀਤੇ, ਜਿਹਦਾ ਅੱਗੇ ਵੀ ਇੱਕ ਜ਼ਿਕਰ ਹੋਇਆ ਕਿ ਫਿਰ ਉਹਨਾਂ ਨੇ ਆਪਣੇ ਨੂੰ ਅਕਾਲੀ ਪਾਰਟੀ ਦੀ ਬਜਾਏ ਨਾ ਪੰਜਾਬੀ ਪਾਰਟੀ ਦਾ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ। ਅਸਲ 'ਚ ਉਹਦਾ ਇੱਕ ਕਰੈਕਟਰ ਚੇਂਜ ਹੋਣ ਦੇ ਨਾਲ ਇਹ ਹੋਇਆ ਕਿ ਉਹਦਾ ਦੋਸਤਾਨਾ ਰਿਸ਼ਤੇ ਜਿਹੜੇ ਨਾ ਦੂਜੇ ਪਾਸੇ ਨਜ਼ਰ ਆਉਣੇ ਸ਼ੁਰੂ ਹੋ ਗਏ। ਜਿਹੜੇ ਪਹਿਲਾਂ ਹੀ ਉਹ ਵੱਡੀਆਂ ਕਲਾਸਾਂ ਦੇ ਪ੍ਰਤੀਨਿਧ ਸੀਗੇ, ਉਹਨਾਂ ਨੇ ਇਸ ਨੂੰ ਤੋੜ ਕੇ ਦੂਜੇ ਪਾਸੇ ਗਏ। ਹੁਣ ਜਦੋਂ ਅਨਨੈਚੁਰਲ ਕੋਈ ਬਣੇਗਾ ਫਰੰਟ, ਜੇ BSP ਵੀ ਅਨਨੈਚੁਰਲ ਕੋਈ ਫਰੰਟ ਬਣਾਉਣ ਦਾ ਯਤਨ ਕਰੇਗੀ ਤਾਂ ਉਹਨੂੰ ਬੜਾ ਭਾਰੀ ਨੁਕਸਾਨ ਹੋਏਗਾ, ਜਿਹਦੇ ਨਾਲ ਉਹਦਾ ਕੋਈ ਆਈਡੀਓਲੋਜੀਕਲ ਲੈਣ ਦੇਣ ਹੀ ਨਹੀਂ, ਸਗੋਂ ਵਿਰੋਧ 'ਚ ਖੜੀ ਆ। ਔਰ ਇਸੇ ਕਰਕੇ BSP ਦਾ BJP ਦੇ ਨਾਲ ਜਾਣਾ ਜਿਹੜਾ ਆ, ਉਹ ਇੰਨੇ ਭਾਰੇ ਨੁਕਸਾਨ ਦੇ ਵਿੱਚ ਜਾਣਾ ਹੀ ਸੀ, ਭਾਵੇਂ ਥੋੜ੍ਹੀ ਦੇਰ ਲਈ ਗਿਆ ਚਾਹੇ ਬਹੁਤੀ ਦੇਰ ਲਈ ਗਿਆ। ਜਦੋਂ ਅਸੀਂ ਕਿਸੇ ਦੀ ਆਈਡੀਓਲੋਜੀ ਜਿਹਦੇ ਖਿਲਾਫ ਅਸੀਂ ਲੜਦੇ ਜਾਂਦੇ ਇੱਕ ਸਟੇਜ ਤੇ ਜਾ ਕੇ ਇਸ ਗੱਲ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਹੀਂ ਕੰਟਰਾਡਿਕਸ਼ਨ, ਤਾਂ ਫਿਰ ਇਹ ਲੋਕ ਕੀ ਸਮਝਦੇ ਆ ਕਿ ਫਿਰ ਤਾਂ ਉਹ ਠੀਕ ਹੀ ਸੀ ਜਿਹੜੇ ਇੰਨੇ ਸਾਲਾਂ ਤੋਂ ਤੁਹਾਡੇ ਖਿਲਾਫ ਲੜਦੇ ਆ ਰਹੇ ਸੀਗੇ, ਠੀਕ ਹੈ ਨਾ। ਸੋ ਇਸ ਕਰਕੇ ਉਹ ਜਿਹੜੀ ਕੰਟਰਾਡਿਕਸ਼ਨ ਪੈਦਾ ਹੁੰਦੀ ਆ ਨਾ, ਉਹਦੇ ਨਾਲ
ਉਹ ਸਾਰੇ ਲੋਕ ਜਿਹੜੇ ਇੱਕ ਸੰਘਰਸ਼ਮਈ ਆਈਡੀਓਲੋਜੀ ਦੇ ਨਾਲ ਜੁੜੇ ਹੋਏ ਹੁੰਦੇ ਆ ਨਾ, ਉਹਨਾਂ ਨੂੰ ਨੁਕਸਾਨ ਹੁੰਦਾ ਆ। ਔਰ ਉਹਦਾ ਨਤੀਜਾ ਜਿਹੜਾ ਨਾ ਹੁਣ ਅਸੀਂ ਆਪਣੇ ਅੱਖਾਂ ਦੇ ਨਾਲ ਸਾਹਮਣੇ ਦੇਖ ਰਹੇ ਆ। ਔਰ ਉਹਦੀ ਸਰਵਾਈਵਲ ਹੈ ਜਿਹੜੀ, ਜਿੱਦਾਂ ਹੁਣ ਜਿਹੜਾ ਫਰੰਟ ਬਣਿਆ, ਉਹ ਹੁਣ ਜਿਹੜੇ ਅਕਾਲੀ ਦਲ ਉਹ ਵਾਲਾ ਅਕਾਲੀ ਦਲ ਹੈ ਹੀ ਨਹੀਂ ਜਿਹੜਾ ਉਹ ਪਹਿਲਾਂ ਵਾਲਾ ਜਿਹਦਾ ਚਰਿੱਤਰ ਚੇਂਜ ਹੋ ਚੁੱਕਾ ਸੀਗਾ, ਹਨਾ। ਔਰ ਉਹ ਖੁਦ ਵੀ ਇਸ ਦੇ ਵਿੱਚ ਜਿਹੜਾ ਐਂਟਰ ਕਰ ਜਿਹੜੀ ਉਹਨਾਂ ਨੇ ਆਪਣੀਆਂ ਪਾਲਿਸੀ ਜਦੋਂ ਦੇਖਦੇ, ਮੇਰਾ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜਾ ਕੁਝ ਵਿਸ਼ੇਸ਼ ਹਾਲਤਾਂ ਦੇ ਵਿੱਚ ਪੰਜਾਬ 'ਚ ਵਾਪਰਿਆ, ਉਹਦਾ ਤਾਂ ਬੜਾ ਪ੍ਰਭਾਵ ਪੈਣਾ ਹੀ ਸੀ। ਲੇਕਿਨ ਦਫੇੜ ਪਾ ਕੇ ਰੱਖਣੀ ਔਰ ਉਹਨਾਂ ਨੂੰ ਵੰਡ ਕੇ ਰੱਖਣਾ, ਇਹ ਉਹਨਾਂ ਦੀਆਂ ਇੱਕ ਪਾਲਿਸੀਆਂ ਦਾ ਨਤੀਜਾ ਹੈਗਾ। ਤੇ ਯੂਨਾਈਟਿਡ ਫਰੰਟ ਨੂੰ, ਇਸ ਸ਼ਬਦ ਨੂੰ, ਇਸ ਪੋਲੀਟਿਕਸ ਨੂੰ ਕਨਫਿਊਜ਼ ਕਰ ਦਿੱਤਾ ਕਿ ਦੋ ਪਾਰਟੀਆਂ ਦਾ ਆਪਸ ਵਿੱਚ ਮਿਲਣਾ, ਉਹਨੂੰ ਯੂਨਾਈਟਿਡ ਫਰੰਟ, ਉਹ ਪਾਰਟੀਆਂ ਭਾਵੇਂ ਇੱਕੋ ਕਲਾਸ ਦੀਆਂ ਪ੍ਰਤੀਨਿਧ ਹੋਣ, ਉਹ ਯੂਨਾਈਟਿਡ ਫਰੰਟ ਨਹੀਂ ਹੁੰਦਾ ਅਸਲ ਦੇ ਵਿੱਚ, ਹਨਾ। ਯੂਨਾਈਟਿਡ ਫਰੰਟ ਹੁੰਦਾ ਜਿਹੜੀ ਇੱਕ ਪਾਰਟੀ ਹੋਰ ਕਲਾਸ ਦੀ ਪ੍ਰਤੀਨਿਧ ਹੈਗੀ ਔਰ ਦੂਸਰੀ ਪਾਰਟੀ। ਬਿਲਕੁਲ ਤੁਸੀਂ ਠੀਕ ਕਹਿ ਰਹੇ, ਪਰ ਅਸੀਂ ਦੇਖ ਰਹੇ ਹਾਂ ਕਿ ਹੁਣ ਕਾਂਗਰਸ ਪਾਰਟੀ ਜਿਸ ਨੇ ਪਿਛਲੀ ਵਾਰ ਜਿਹੜੀਆਂ ਰਾਖਵੀਆਂ ਸੀਟਾਂ ਸੀ 34, ਉਹਨਾਂ ਚੋਂ 34 ਚੋਂ 21 ਜਿੱਤੀਆਂ, ਪਰ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲੈ ਕੇ ਆਉਂਦੇ ਆ ਕਿ ਇਹਦਾ ਸਾਨੂੰ ਪੰਜਾਬ 'ਚ ਬਹੁਤ ਫਾਇਦਾ ਹੋਏਗਾ, ਕਿਉਂਕਿ ਲਗਭਗ 33% ਦੇ ਕਰੀਬ ਜਿਹੜੀ ਪਾਪੂਲੇਸ਼ਨ ਹੈ ਉਹ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ, SC ਨਾਲ ਸੰਬੰਧਿਤ ਹੈ, ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਹੈ। ਪਰ ਉਹਦਾ ਹਾਲ ਜਿਹੜਾ ਪਹਿਲਾਂ ਨਾਲੋਂ ਵੀ ਮਾੜਾ ਹੋ ਜਾਂਦਾ। ਨਹੀਂ ਉਹ ਠੀਕ ਹੈ, ਪਰ ਉਹ ਥੋੜਾ ਪ੍ਰਭਾਵ। ਹਾਂਜੀ ਹਾਂਜੀ ਤੁਸੀਂ ਕਰੋ। ਇਹਦੇ 'ਚ ਇੱਕ ਨਵੀਂ ਚੀਜ਼ ਇਸ ਵਾਰ ਹੋਈ ਹੈ ਕਿ ਇਹਨੂੰ ਆਪਾਂ ਥੋੜਾ ਜਿਹਾ ਦੇਖੀਏ ਕਿ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਦੇ ਅੰਦਰ ਜਿਹੜੇ ਦੁਆਬੇ ਦੇ ਅੰਦਰ ਜ਼ਿਆਦਾ ਪ੍ਰਭਾਵ ਹੈ ਬਨਿਸਬਤ ਕਿ ਮਾਝਾ ਔਰ ਮਾਲਵਾ। ਆਪਾਂ ਨੋਟ ਕਰ ਰਹੇ ਹਾਂ ਕਿ ਪੰਜਾਬ ਦੇ ਦੁਆਬੇ ਦੇ ਅੰਦਰ ਹੀ ਕੁਝ ਡੇਰੇ ਆ, ਉਹਨਾਂ ਡੇਰਿਆਂ ਦਾ ਵੀ ਜਿਹੜੀ ਖਾਸ ਤੌਰ ਦੇ ਉੱਤੇ ਬਹੁਜਨ ਸਮਾਜ ਪਾਰਟੀ ਦੀ ਜਿਹੜਾ ਕੇਡਰ ਹੈ ਉਹ ਉਹਨਾਂ ਦੇ ਨਾਲ ਜੁੜਿਆ ਹੋਇਆ। ਤੇ ਜਿਹੜੇ ਮਾਨਯੋਗ ਚੰਨੀ ਜੀ ਬਤੌਰ ਮੁੱਖ ਮੰਤਰੀ ਜਦੋਂ ਉਹਨਾਂ ਨੂੰ ਲਗਾਇਆ ਜਾਂਦਾ ਤੇ ਉਹ ਉਹਨਾਂ ਡੇਰਿਆਂ ਦੇ ਅੰਦਰ ਸਭ ਤੋਂ ਮਤਲਬ ਜ਼ਿਆਦਾ ਉੱਥੇ ਆਪਣਾ ਜਿਹੜਾ ਹੈਗਾ ਵਿਜ਼ਿਟ ਕਰਦੇ ਆ। ਵਿਜ਼ਿਟ ਕਰਨ ਦੇ ਨਾਲ ਇੱਕ ਬਹੁਤ ਵੱਡੀ ਰਕਮ ਜਿਹੜੀ ਹੈਗੀ ਆ ਜੀ, ਉਹ ਸਰ ਮੈਂ ਗੱਲ ਕਰ ਰਿਹਾ ਸੀਗਾ ਕਿ ਜਿੱਦਾਂ ਹੀ ਮਾਨਯੋਗ ਚੰਨੀ ਜੀ ਬਤੌਰ ਮੁੱਖ ਮੰਤਰੀ ਉਹਨਾਂ ਨੂੰ ਲਗਾਇਆ ਜਾਂਦਾ ਤੇ ਮੁੱਖ ਮੰਤਰੀ ਲੱਗਣ ਤੋਂ ਬਾਅਦ ਉਹ ਤੇਜ਼ੀ ਦੇ ਨਾਲ ਜਿਹੜੇ ਖਾਸ ਫਿਰਕਿਆਂ ਦੇ ਡੇਰੇ ਹੈਗੇ ਆ ਉਹ ਉਸ ਪ੍ਰਭਾਵ ਨੂੰ ਇਨਕੈਸ਼ ਕਰਨ ਵਾਸਤੇ ਉਹਨਾਂ ਡੇਰਿਆਂ 'ਚ ਹੀ ਜਾਣਾ ਸ਼ੁਰੂ ਕਰਦੇ ਆ ਔਰ ਉਹਨਾਂ ਡੇਰਿਆਂ ਨੂੰ ਹੀ ਬੜੀ ਵੱਡੀ ਰਕਮ ਜਿਹੜੀ ਉੱਥੇ ਦਿੰਦੇ ਆ। ਔਰ ਉਹ ਵੱਡੀ ਰਕਮ ਦੇਣ ਤੋਂ ਬਾਅਦ ਉਹ ਡੇਰੇ ਜਿਹੜੇ ਹੈਗੇ ਆ ਉਹ ਆਪਣੇ ਜਿਹੜੇ ਉਹਨਾਂ ਦੇ ਸੇਵਕ ਹੈ ਜਾਂ ਉੱਥੇ ਜਾਣ ਵਾਲੇ ਲੋਕ ਹੈ ਉਹਨਾਂ ਨੂੰ ਸਿੱਧੇ ਤੌਰ ਤੇ ਉੱਥੋਂ ਇੱਕ ਆਦੇਸ਼ ਵੀ ਮਿਲਦੇ ਆ ਤੇ ਲੋਕ ਪ੍ਰਭਾਵਿਤ ਵੀ ਹੁੰਦੇ ਆ ਕਿ ਇੰਨੀ ਵੱਡੀ ਰਕਮ ਜਿਹੜੀ ਹੈ ਨਾ ਡੇਰਿਆਂ ਨੂੰ ਦਿੱਤੀ ਗਈ ਹੈ। ਤੇ ਉਹ ਜਿਹੜਾ ਵੋਟ ਦਾ ਪ੍ਰਭਾਵ ਹੈ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਚੰਨੀ ਦੇ ਲੱਗਣ ਦੇ ਨਾਲ ਕਾਂਗਰਸ ਨੂੰ ਫਾਇਦਾ ਨਹੀਂ ਹੋਇਆ। ਕਾਂਗਰਸ ਨੂੰ ਚੰਨੀ ਦੇ ਆਉਣ ਨਾਲ ਹੀ ਇਹ ਜਿਹੜੀਆਂ 18 ਸੀਟਾਂ ਜਿਹੜੀਆਂ ਮਿਲੀਆਂ ਹੈਗੀਆਂ ਉਹਦੇ ਚੋਂ ਦੁਆਬੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਤੇ ਖਾਸ ਤੌਰ ਤੇ ਜਲੰਧਰ ਦੇ ਵਿੱਚ ਜਿਹੜੀਆਂ 5 ਸੀਟਾਂ ਦੀ ਜਿੱਤ ਪ੍ਰਾਪਤ ਹੋਣਾ ਉਹ ਚੰਨੀ ਹੋਣਾ ਦਾ ਡੇਰਿਆਂ 'ਚ ਜਾਣਾ ਤੇ ਡੇਰਿਆਂ ਦੇ ਪ੍ਰਭਾਵ ਦੇ ਨਾਲ ਜਿਹੜੀ ਸ਼ਡਿਊਲਡ ਕਾਸਟ ਵੋਟ ਹੈਗੀ ਆ ਉਹ ਕਾਂਗਰਸ ਵੱਲ ਉਹਦਾ ਝੁਕਾਵ ਹੋ ਜਾਣਾ, ਇਹ ਇੱਕ ਸਭ ਤੋਂ ਵੱਡਾ ਕਾਰਨ ਬਣਿਆ। ਔਰ ਦੂਸਰੇ ਪਾਸੇ ਜਿਹੜੀ ਕਾਂਗਰਸ ਦੀ ਆਪਣੀ ਵੋਟ ਨਾ ਪੈਣਾ ਉਹ ਪਿਛਲੇ 4.5 ਸਾਲ ਦੇ ਸਮੇਂ 'ਚ ਕਾਂਗਰਸ ਦੇ ਰਹਿ ਚੁੱਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਤੇ ਪੂਰੀ ਦੀ ਪੂਰੀ ਕੈਬਨਿਟ ਦੁਆਰਾ ਕੋਈ ਕੰਮ ਨਾ ਕਰਨਾ, ਜਿਹੜੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਉਹਨਾਂ ਨੇ ਲੋਕਾਂ ਨੂੰ ਕਿਹਾ ਸੀਗਾ ਤੇ ਲੋਕਾਂ ਨੂੰ ਜਿਹੜੀ ਹਰ ਘਰ ਨੌਕਰੀ ਦੇਣ ਦਾ ਵਾਅਦਾ ਉਹ ਸਾਰੇ ਨਾ ਕਰਨਾ। ਰਾਏ ਸਾਹਿਬ ਆਪਾਂ ਇਸ ਡਿਟੇਲ 'ਚ ਨਹੀਂ ਜਾਣਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਚੰਨੀ ਜੀ ਦੇ ਬਣਨ ਕਰਕੇ ਹੀ ਕਾਂਗਰਸ ਨੂੰ 18 ਸੀਟਾਂ ਆ ਗਈਆਂ। ਨਹੀਂ ਇਹ ਆ ਕਿ ਦੁਆਬੇ ਦੇ ਵਿੱਚ ਦਲਿਤ ਵੋਟ ਆ ਜਿਹੜੀ ਉਹ ਸ਼ਿਫਟ ਹੋਈ ਹੈ ਕਾਂਗਰਸ ਨੂੰ। ਔਰ ਸ਼ਿਫਟ ਇਸ ਤਰ੍ਹਾਂ ਜਦੋਂ ਅਸੀਂ ਇਕੱਲੀ ਸੀਟ ਨਜ਼ਰ ਲਾਉਂਦੇ ਆ ਨਾ, ਕੁਝ ਸੀਟਾਂ ਕਾਂਗਰਸ ਨੇ ਬਹੁਤ ਥੋੜੇ ਮਾਰਜਨ ਤੇ ਜਿੱਤੀਆਂ। ਥੋੜੇ ਮਾਰਜਨ ਤੇ ਜਿੱਤਣ ਦਾ ਮਾਇਨਾ ਇਹ ਆ ਕਿ ਵੀ ਜੇ ਇਹ ਸ਼ਿਫਟ ਥੋੜੀ ਬਹੁਤ ਨਾ ਆਉਂਦੀ ਤਾਂ ਉਹ ਬਹੁਤ ਸਾਰੀਆਂ ਸੀਟਾਂ ਹੋਰ ਵੀ ਹਾਰ ਜਾਂਦੇ। 18 ਸੀਟਾਂ ਦਾ ਤਾਂ ਹੀ ਇਹ ਕਹਿ ਰਿਹਾ ਕਿ ਵੀ 18 ਤਾਂ ਹੀ ਬਣੀਆਂ ਕਿਉਂਕਿ ਉਹਦੇ 'ਚ ਚੰਨੀ ਪ੍ਰਭਾਵ ਨੇ, ਚੰਨੀ ਦਾ ਜਿਹੜਾ ਫੈਕਟਰ ਹੈਗਾ ਉਹਦਾ ਪ੍ਰਭਾਵ ਪਿਆ ਆ। ਇਹ ਨਹੀਂ ਹੈ ਕਿ ਵੀ ਉਹਦਾ ਪ੍ਰਭਾਵ ਨਹੀਂ ਪਿਆ। ਇਹ ਹੋ ਸਕਦਾ ਕਿ ਦੂਜੇ ਪਾਸੇ ਜਿਹੜੇ ਇਸ ਸਮਾਜ ਦੇ ਹੱਕ 'ਚ ਜਾਂ ਖਿਲਾਫ ਖੜੇ ਹੁੰਦੇ ਹਮੇਸ਼ਾ, ਉਹ ਵੋਟਾਂ ਦੂਜੇ ਪਾਸੇ ਸ਼ਿਫਟ ਕਰ ਗਈ ਹੁਣ, ਜਿੱਥੋਂ ਕਿ ਘਾਟਾ ਵੀ ਪਿਆ ਹੋ ਸਕਦਾ।
ਲੇਕਿਨ ਜਦੋਂ ਹਾਂ ਜਿਹੜੇ ਹਾਂ ਉਹ ਵੀ ਪਿਆ ਹੋ ਸਕਦਾ ਹੈ, ਲੇਕਿਨ ਜੇ ਇਹ ਨਾ ਹੁੰਦਾ ਤਾਂ ਫਿਰ ਹੋ ਸਕਦਾ ਸੀਗਾ ਕਿ ਹਾਲਤ ਮਾਲਵੇ ਵਰਗਾ ਨਤੀਜਾ ਨਿਕਲਦਾ, ਜੇ ਇੰਨਾ ਫੈਕਟਰ ਵੀ ਜਿਹੜਾ ਨਾ ਉਹ ਨਾ ਕੰਮ ਕਰਦਾ। ਇਹ ਗੱਲ ਬਿਲਕੁਲ ਇਹਨਾਂ ਦੀ ਦਰੁਸਤ ਹੈਗਾ ਕਿ ਹਾਂ ਚੰਨੀ ਜਿਹੜਾ ਫੈਕਟਰ ਹੈਗਾ ਉਹਨੇ ਕੰਮ ਕੀਤਾ ਆ ਔਰ ਕਾਂਗਰਸ ਨੂੰ ਉਹਦੀ ਸਪੋਰਟ ਮਿਲੀ ਆ, ਔਰ ਬਹੁਤ ਹੀ ਥੋੜੇ ਮਾਰਜਨ ਤੇ ਵੀ ਸੀਟਾਂ ਕਾਂਗਰਸ ਨੂੰ ਜਿਹੜੀਆਂ ਜਿੱਤੀਆਂ ਉਹ ਸ਼ਾਇਦ ਨਾ ਉਹਨਾਂ ਦੇ ਪੱਲੇ ਪੈਂਦੀਆਂ। ਇਹ ਗੱਲ ਦਰੁਸਤ ਹੈਗੀ। ਸੋ ਦੂਸਰੀ ਗੱਲ ਇਹ ਕਿ ਵੀ ਹਾਂ ਕਿ ਜਿਹੜਾ ਅਸੀਂ ਇਹ ਦੇਖਦੇ ਹਾਂ ਕਿ ਵੀ ਹੁਣ ਬਾਅਦ ਦੇ ਵਿੱਚ ਮੈਂ ਇਹ ਦੇਖ ਰਿਹਾ ਕਿ ਬਹੁਤ ਬੜਾ ਸੰਜੀਦਗੀ ਦੇ ਨਾਲ ਰਿਵਿਊ ਹੋ ਰਿਹਾ ਕਿ ਅਸਲ ਦੇ ਵਿੱਚ ਇਹ ਕੀ ਹੋਇਆ, ਔਰ ਜਦੋਂ ਜੇ ਅਸੀਂ ਇਹਨੂੰ ਇਹ ਕੀ ਹੋਇਆ ਕੀ ਆ ਬਈ ਇਹ BSP ਦੀ ਵੋਟ ਜਿੰਨੀ ਸੀ, ਹਾਲਾਂਕਿ BSP ਹਜੇ ਵੀ ਸੀਟ ਇੱਕ ਜਿੱਤਣ 'ਚ ਕਾਮਯਾਬ ਹੋ ਗਈ ਆ। ਆਪਣੇ ਜਿਹਨਾਂ ਫਰੰਟ ਬਣਾਇਆ ਸੀਗਾ ਉਹਨਾਂ ਨੂੰ ਵੀ 2 ਹੀ ਸੀਟਾਂ ਮਿਲੀਆਂ ਹੈ ਨਾ, ਔਰ ਉਹਦਾ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਜਿਹੜਾ ਪਹਿਲਾ ਫਰੰਟ ਸੀਗਾ ਅਕਾਲੀ ਦਲ ਦਾ ਤੇ BSP ਦਾ, ਉਹ ਇੱਕ ਨੈਚੁਰਲ ਯੂਨਾਈਟਿਡ ਫਰੰਟ ਸੀਗਾ। ਜਦੋਂ ਅਸੀਂ ਥੱਲੇ ਪਬਲਿਕ ਇੱਕ ਨਾਗਰਿਕ ਦੇ ਤੌਰ ਦੇ ਉੱਤੇ ਉਹਨੂੰ ਐਨਾਲਾਈਜ਼ ਕਰਦੇ ਹਾਂ, ਇਹ ਜਿਹੜਾ ਹੈਗਾ ਆ ਇਹ ਜਿਹੜਾ BSP ਦਾ ਕਰੈਕਟਰ ਤਾਂ ਉਹੀ ਸੇਮ ਐਜ਼ ਇਟ ਇਜ਼ ਜਿਹੜਾ ਉਦੋਂ ਸੀਗਾ ਉਹੀ ਚੱਲਿਆ ਆ ਰਿਹਾ, ਲੇਕਿਨ ਅਕਾਲੀ ਦਲ ਦੇ ਜਿਹੜਾ ਨਾ ਉਹ ਸਮਾਜਿਕ ਆਰਥਿਕ ਜਿਹੜਾ ਕਰੈਕਟਰ ਹੈਗਾ ਉਹਦੇ 'ਚ ਬੜੀ ਭਾਰੀ ਤਬਦੀਲੀ ਆ ਚੁੱਕੀ ਹੈ ਨਾ, ਔਰ ਉਸਦੀ ਲੀਡਰਸ਼ਿਪ ਦੇ ਵਿੱਚ, ਔਰ ਉਹਨਾਂ ਦੀ ਜਿਹੜੀ ਫੋਲੋਇੰਗ ਆ ਉਹ ਪਹਿਲਾਂ ਹੁਣ ਨਹੀਂ ਰਹੀ ਸੀ ਜਿਹੜੀ ਉਦੋਂ ਸੀ, ਕਰਕੇ BSP ਨੂੰ ਨਹੀਂ ਜਾ ਸਕਿਆ। ਔਰ ਇਸੇ ਕਰਕੇ ਜੋ ਵੀ ਅਕਾਲੀ ਦਲ ਨੂੰ ਇਹ BSP ਦੇ ਪ੍ਰਭਾਵ ਦੀਆਂ ਵੋਟਾਂ ਜਿਹੜੀਆਂ ਡਿਵਾਈਡ ਹੋਈਆਂ, ਜਿਹੜੇ ਇਹਨਾਂ ਨੇ ਫੈਕਟਰ ਦੱਸ ਦਿੱਤਾ, ਔਰ ਉਹਦੇ ਵਿੱਚ ਬਹੁਤ ਪਾਸੇ ਚੱਲ ਪਰ ਬਾਕੀ ਜਿਹੜਾ ਇਹਨਾਂ ਦਾ ਸੀਗਾ ਉਹ ਅਕਾਲੀ ਦਲ ਨੂੰ ਭੁਗਤਿਆ ਆ ਹੈ ਨਾ, ਉਹਨਾਂ ਨੂੰ ਸਪੋਰਟ ਗਈ। ਸੋ ਇਸ ਕਰਕੇ ਇਹ ਫਰੰਟ ਦੇ ਪੋਲਿਟਿਕਸ ਨੂੰ, ਫਰੰਟ ਦੇ ਫਲਸਫੇ ਨੂੰ ਰੀਐਵੈਲੂਏਟ ਕਰਨਾ ਪਏਗਾ BSP ਨੂੰ ਵੀ, ਕਿ ਉਹਨਾਂ ਦੇ ਨੈਚੁਰਲ ਅਲਾਈ ਕਿਹੜੇ ਆ ਔਰ ਉਹਨਾਂ ਨੂੰ ਕਿੱਥੇ ਸਟੈਂਡ ਕਰਨਾ ਆ ਆਉਣ ਵਾਲੇ ਸਮੇਂ ਦੇ ਵਿੱਚ। ਰਾਏ ਸਾਹਿਬ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ, ਆਖਰੀ ਟਿੱਪਣੀ ਤੁਹਾਡੇ ਵੱਲੋਂ। ਹਾਂ ਬਿਲਕੁਲ ਸਰ, ਬਹੁਤ ਅੱਛਾ ਜੀ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰ ਚੁੱਕਾ ਕਿ ਇਹ ਜਿਹੜੇ ਵਿਰੋਧੀ ਹੈਗੇ ਆ, ਜਿਹੜੇ ਇਹਨਾਂ ਨੂੰ ਆਪਣੀ ਚੁੰਗਲ ਦੇ ਵਿੱਚੋਂ ਆਜ਼ਾਦ ਦੇਖਣਾ ਨਹੀਂ ਚਾਹੁੰਦੇ ਔਰ ਇਹਨਾਂ ਦੇ ਉੱਤੇ ਆਪਣਾ ਗਲਬਾ ਉਸੇ ਤਰ੍ਹਾਂ ਰੱਖਣਾ ਚਾਹੁੰਦੇ ਆ, ਉਹ ਇੰਨੀ ਸ਼ਾਤਰ ਦਿਮਾਗ ਕੰਮ ਕਰਦੇ ਆ ਕਿ ਉਹ ਜਿੱਥੇ ਧਰਮ ਦੀ ਜ਼ਰੂਰਤ ਪੈਂਦੀ ਉੱਥੇ ਧਰਮ ਦੀ ਵਰਤੋਂ ਕਰ ਲੈਂਦੇ ਆ, ਜਿੱਥੇ ਪੈਸੇ ਦੀ ਨਾਲ ਲੋਕਾਂ ਨੂੰ ਬਹਿਕਾਇਆ ਜਾ ਸਕਦਾ ਉੱਥੇ ਪੈਸੇ ਦਾ, ਔਰ ਜਿੱਥੇ ਆਪਣੇ ਪਰਸਨਲ ਪ੍ਰਭਾਵ ਦੇ ਨਾਲ ਬਹਿਕਾਇਆ ਜਾ ਸਕਦਾ ਉੱਥੇ ਪਰਸਨਲ ਪ੍ਰਭਾਵ ਜਿਹੜਾ ਹੈ। ਜਿਸ ਤਰ੍ਹਾਂ ਕਾਂਗਰਸ ਨੇ ਕਰੀਬ 74 ਸਾਲ ਦੇ ਸਮੇਂ ਦੇ ਅੰਦਰ ਪੰਜਾਬ 'ਚ ਕਦੀ ਸ਼ਡਿਊਲਡ ਕਾਸਟ ਦਾ ਚੀਫ ਮਿਨਿਸਟਰ ਨਹੀਂ ਦਿੱਤਾ, ਤੇ ਉਹਨਾਂ ਨੇ ਸਿਰਫ 6 ਮਹੀਨੇ ਵਾਸਤੇ ਸ਼ਡਿਊਲਡ ਕਾਸਟ ਚੀਫ ਮਿਨਿਸਟਰ ਦੇ ਕੇ ਵੀ ਲੋਕਾਂ ਦੇ ਵਿੱਚ ਪ੍ਰਭਾਵ ਦੇ ਕੇ ਕਿ ਅਸੀਂ ਸ਼ਡਿਊਲਡ ਕਾਸਟਾਂ ਦੀ, ਔਰ ਸ਼ਡਿਊਲਡ ਕਾਸਟ ਵੋਟ ਉਧਰ ਨੂੰ ਸ਼ਿਫਟ ਵੀ ਹੋਈ ਆ। ਔਰ ਦੂਸਰਾ, ਉਹਨਾਂ ਨੇ ਜਿਹੜੇ ਡੇਰਿਆਂ ਦੇ ਅੰਦਰ ਵੱਡੀ ਪੱਧਰ ਦੇ ਉੱਤੇ ਜਿਹੜੇ ਪੈਸਾ ਦੇ ਕੇ ਤੇ ਉਹ ਵੀ ਮਤਲਬ ਜਿਹੜਾ ਹੈਗਾ ਉਹ ਡੇਰਿਆਂ ਦੇ ਪ੍ਰਭਾਵ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਤੋਂ ਵੀ ਲੋਕਾਂ ਨੂੰ ਬਚਣ ਦੀ ਜ਼ਰੂਰਤ ਹੈ, ਔਰ ਖਾਸ ਕਰਕੇ ਇਸ ਜਿਹੜਾ ਸਮਾਜ ਹੈ। ਔਰ ਤੀਸਰਾ, ਜਿਸ ਤਰ੍ਹਾਂ ਚਾਨਾ ਸਾਹਿਬ ਨੇ ਗੱਲ ਕੀਤੀ ਹੈ, ਜਿਹੜੇ ਰੀਅਲ ਅਲਾਈਜ਼, ਮਤਲਬ ਰੀਅਲ ਅਲਾਈਜ਼ ਤੋਂ ਭਾਵ ਜਿਹੜਾ ਸੱਚੀ ਮੁੱਚੀ ਜਿਹੜਾ ਸਾਡਾ ਅਲਾਇੰਸ ਹੈਗਾ, ਜਿਹੜਾ ਯੂਨਾਈਟਿਡ ਫਰੰਟ ਹੈਗਾ, ਉਹ ਜਿਹੜੇ ਮਾਰਜਨਲਾਈਜ਼ ਲੋਕ ਹੈਗੇ ਆ ਉਹਨਾਂ ਨਾਲ ਹੋਣਾ ਹੀ ਉਹਦੇ ਚੋਂ ਰਿਜ਼ਲਟ ਦੇ ਸਕਦਾ। ਜੇ ਇਹ ਲੋਕ ਕਿਸੇ ਹੋਰ ਪ੍ਰਭਾਵ ਵਾਲੇ ਸਾਹਮਣੇ ਆਉਂਦੇ ਆ ਤੇ ਨੈਚੁਰਲੀ ਇਹ ਜਿਹੜੇ ਪ੍ਰਭਾਵ ਹੈਗੇ ਆ ਉਹ ਲੰਬੇ ਸਮੇਂ ਤੱਕ ਆਪਾਂ ਉਹਨਾਂ ਨੂੰ ਨਹੀਂ ਬਦਲ ਸਕਦੇ। ਸੋ ਇਹਦੇ ਲਈ ਲੋਕਾਂ ਤੁਹਾਨੂੰ ਕੀ ਲੱਗਦਾ ਇਹਦੇ ਲਈ ਬਹੁਜਨ ਸਮਾਜ ਪਾਰਟੀ ਨੂੰ ਕੀ ਕਰਨ ਦੀ ਲੋੜ ਹੈ ਪੰਜਾਬ 'ਚ? ਸਰ, ਬਹੁਜਨ ਸਮਾਜ ਪਾਰਟੀ ਬਿਲਕੁਲ ਸਹੀ ਦਿਸ਼ਾ 'ਚ ਹੀ ਚੱਲ ਰਹੀ ਹੈ, ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਦਿੱਕਤ ਹੈ ਕਿ ਉਹਦਾ ਜਿਹੜਾ ਕੇਡਰ ਹੈ ਉਹ ਹਜੇ ਵਿਚਾਰਾ ਉਹਨਾਂ ਚੇਤਨ ਨਹੀਂ ਹੈ ਜਿੰਨਾ ਉਹਦੇ ਵਿਰੋਧ ਦੇ ਵਿੱਚ ਬਾਕੀ ਦੇ ਲੋਕ ਚੇਤਨ ਹੈਗੇ ਆ। ਇਹਦੇ ਕੋਲ ਰਿਸੋਰਸਿਸ ਦੀ ਕਮੀ ਹੈ ਤੇ ਇਹ ਹਜੇ ਪਹਿਲੀ ਦੂਜੀ ਜਨਰੇਸ਼ਨ ਦੇ ਵਿੱਚ ਪੋਲਿਟਿਕਸ 'ਚ ਆਇਆ, ਤੇ ਉਹਦੇ ਸਾਹਮਣੇ ਵਾਲੇ ਲੋਕ ਜਿਹੜੇ ਹੈਗੇ ਉਹ ਸਦੀਆਂ ਤੋਂ ਪੋਲਿਟਿਕਸ ਕਰਦੇ ਆ ਰਹੇ ਆ ਤੇ ਉਹ ਅੱਜ ਵੀ ਰਿਸੋਰਸਿਸ ਦੀ ਵਰਤੋਂ ਵੀ ਕਰਕੇ ਤੇ ਕਰ ਰਹੇ ਆ। ਇਸ ਕਰਕੇ ਉਹਨਾਂ ਨੂੰ ਚੇਤੰਨ ਹੋਣਾ ਪਏਗਾ ਆਪਣੇ ਜਿਹੜੇ ਟਾਰਗੇਟ ਦੇ ਪ੍ਰਤੀ, ਤਾਂ ਕਿ ਉਹਨਾਂ ਨੂੰ ਉਹਨਾਂ ਦਾ ਲਕਸ਼ ਕਿਤੇ ਵਾਂਝਾ ਨਾ ਕੀਤਾ ਜਾਵੇ। ਇਹ ਕਹਿ ਰਿਹਾ ਸੀਗਾ ਕਿ ਜਿਹੜੀ ਇਹ ਤਾਂ ਬਹੁਜਨ ਸਮਾਜ ਪਾਰਟੀ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਪੰਜਾਬ ਦੀ, ਉਹਦੇ ਵਿੱਚ ਕੌਮੀ ਜਿਹੜੀ ਲੀਡਰਸ਼ਿਪ ਹੈ ਬਹੁਜਨ ਸਮਾਜ ਪਾਰਟੀ ਦੀ, ਜਿਵੇਂ ਇਹ ਭੈਣ ਜੀ ਮਾਇਆਵਤੀ ਹੋਣੀ ਆ, ਉਹਨਾਂ ਦਾ ਕੀ ਇੱਥੇ ਰੋਲ ਰਿਹਾ ਸਾਰੇ 'ਚ?
हाँ सर, मैं पहला एक कदम करके हटिया कि एडी वड्डी पर्सनैलिटी दुनिया ਦੇ ਵਿੱਚ ਆਪਣੀ ਐਜੂਕੇਸ਼ਨ ਦਾ ਡੰਗਾ ਖੜਕਾਇਆ ਔਰ ਦੇਸ਼ ਨੂੰ ਸੰਵਿਧਾਨ ਦਿੱਤਾ ਔਰ ਦੇਸ਼ ਦੇ ਅੰਦਰ ਨਵੀਆਂ ਪਹਿਲਕਦਮੀਆਂ ਕੀਤੀਆਂ। ਉਹ ਪਰਸਨੈਲਿਟੀ ਜਦੋਂ ਇਲੈਕਸ਼ਨ ਚ ਉਤਰਦੀ ਤੇ ਉਹ ਹਰਾ ਦਿੱਤਾ ਜਾਂਦਾ। ਉਸ ਤੋਂ ਬਾਅਦ ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ ਜਿਹੜੇ ਏਡੇ ਵੱਡੇ ਸਟਰਕਚਰ ਨੂੰ ਦੇਸ਼ ਦੇ ਅੰਦਰ ਦਿੰਦੇ ਆ, ਉਹ ਵੀ ਪੰਜਾਬ ਦੇ ਅੰਦਰ 2002 ਦੇ ਅੰਦਰ 13 ਮਹੀਨੇ ਇੱਥੇ ਲਗਾਉਂਦੇ ਆ ਔਰ 13 ਮਹੀਨੇ ਬਾਅਦ ਵੀ ਇੱਥੇ ਜਿਹੜੀ ਸਥਿਤੀ ਹੈ ਉਹਦੇ ਵਿੱਚ ਉਸ ਪੱਧਰ ਦਾ ਬਦਲਾਵ ਨਹੀਂ ਆਉਂਦਾ ਜਿਹੜਾ ਜਿਸ ਪੱਧਰ ਦਾ ਬਦਲਾਵ ਉਹ ਪੂਰੇ ਭਾਰਤ ਦੇ ਅੰਦਰ ਉਸ ਵੇਲੇ ਤੱਕ ਲਿਆ ਚੁੱਕੇ ਸੀਗੇ। ਇਸ ਕਰਕੇ ਜਿਹੜੀ ਸਾਡੀ ਇਸ ਪਾਰਟੀ ਦੀ ਅੱਜ ਦੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈਗੀ ਆ, ਭੈਣ ਕੁਮਾਰੀ ਮੈਂ ਸਮਝ ਕੋਈ ਏਦਾਂ ਦੀ ਕਮੀ ਵਾਲੀ ਗੱਲ ਨਹੀਂ ਹੈਗੀ ਆ, ਬਟ ਉਹਨਾਂ ਦੇ ਸਾਹਮਣੇ ਵਿਰੋਧੀ ਹੀ ਇੰਨੇ ਟੂਲ ਦੀ ਵਰਤੋਂ ਕਰ ਰਹੇ ਆ। ਜਿਹੜੇ ਚੈਨਲ ਹੈ ਸਰਕਾਰੀ ਤੌਰ ਤੇ ਉਹਨਾਂ ਦੀ ਪੂਰਨ ਤੌਰ ਤੇ ਵਰਤੋਂ ਕੀਤੀ ਜਾ ਰਹੀ ਆ। ਮੀਡੀਆ ਜਿਹੜਾ ਹੈਗਾ ਉਹਨਾਂ ਪ੍ਰਤੀ ਦੇ ਰਿਹਾ। ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਦਾ ਰੂਲ ਵੀ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਇਹ ਕੁਸਮ ਦਾ ਕਾਰਨ ਬਣ ਰਿਹਾ ਹੈਗਾ। ਸੋ ਇਸੇ ਤਰ੍ਹਾਂ ਦੀਆਂ ਉਲਟਾਂ ਹੈਗੀਆਂ, ਉਲਟਾਂ ਵੀ ਜਿਹੜੀ ਲੋਕਾਂ ਨੂੰ ਉਸ ਤਰ੍ਹਾਂ ਦਾ ਨਿਆਂ ਨਹੀਂ ਦੇ ਰਹੀਆਂ। ਕਹਿਣ ਤੋਂ ਭਾਵ ਕਿ ਇਹ ਸਾਰੇ ਸਿਸਟਮ ਦੇ ਉੱਤੇ ਇੱਕ ਖਾਸ ਤਰੀਕੇ ਦਾ ਬਹੁਤ ਵੱਡਾ ਪ੍ਰਭਾਵ ਹੈ। ਇਸ ਕਰਕੇ ਜਿਹੜਾ ਨੈਸ਼ਨਲ ਲੀਡਰਸ਼ਿਪ ਹੈਗੀ ਆ ਉਹਦੀ ਵੀ ਜਿਹੜੀ ਛਵੀ ਹੈ ਉਹ ਟਾਈਮ ਆਪਣਾ ਖਤਮ ਹੋ ਰਿਹਾ ਜੀ ਸਰ। ਜੀ ਸੋ ਉਹਨਾਂ ਦੀ ਸਥਿਤੀ ਜਿਹੜੀ ਹੈਗੀ ਆ ਉਹਨਾਂ ਦੇ ਨੂੰ ਕੀਤੀ ਜਾ ਰਹੀ ਹੈ। ਸੋ ਇਸ ਕਰਕੇ ਇਸ ਸਮਾਜ ਇਸ ਲੀਡਰਸ਼ਿਪ ਨੂੰ ਜ਼ਿਆਦਾ ਸਚੇਤ ਹੋਣਾ ਪਏਗਾ। ਆਪਣੇ ਕੇਡਰ ਨੂੰ ਲਗਾਤਾਰ ਜਿਹੜਾ ਹੈਗਾ ਨਵੀਆਂ ਚੁਣੌਤੀਆਂ ਦੇ ਪ੍ਰਤੀ ਝਾਂਕਾ ਕਰਨਾ ਪਏਗਾ ਤੇ ਜਿਹੜੇ ਆਪਣੇ ਅਲਾਇੰਸਿਸ ਹੈਗੇ ਆ ਉਹ ਰੀਅਲ ਤੌਰ ਤੇ ਜਿੱਦਾਂ ਸਤਨਾਮ ਚਾਹਨਾ ਜੀ ਨੇ ਗੱਲ ਕੀਤੀ ਆ, ਜਿਹੜੇ ਰੀਅਲ ਅਲਾਇੰਸ ਨਾਲ ਪੜਾ ਹੈ ਬਣਨੇ ਉਹਨਾਂ ਦੇ ਨਾਲ ਅੱਗੇ ਵਧਣਾ ਚਾਹੀਦਾ। ਸੋ ਇਹ ਜਿਹੜੀਆਂ ਬਹੁਤ ਜ਼ਰੂਰੀ 2-3 ਪੁਆਇੰਟ ਨੇ ਜਿਹਦੇ ਨਾਲ ਆਪਾਂ ਇਹ ਆਪਣੇ ਜਿਹੜੇ ਸਿਸਟਮ ਦੇ ਅੰਦਰ ਆਪਣੇ ਜਿਹੜੇ ਟਾਰਗੇਟ ਹੈਗੇ ਉਹਨੂੰ ਠੀਕ ਸਕਦੇ ਆ। ਇਹ ਚ ਕੋਈ ਦੋ ਰਾਏ ਨਹੀਂ ਹੈ। ਲੋਕਾਂ ਦੇ ਅੰਦਰ ਸਮਝ ਬਣ ਰਹੀ ਹੈ, ਉਸੇ ਸਮਝ ਦਾ ਹਿੱਸਾ ਆ ਕਿ ਪੰਜਾਬ 34 ਸੀਟਾਂ ਦੀਆਂ ਰਿਜ਼ਰਵ ਹੈ, 2 ਸੀਟਾਂ ਜਨਰਲ ਸੀਟਾਂ ਦੇ ਤੋਂ ਰਿਜ਼ਰਵ ਕੈਂਡੀਡੇਟ ਜਿੱਤਿਆ ਤੇ ਉਹਦੇ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਆਪਾਂ ਰਾਏ ਸਾਹਿਬ ਇਸ ਡਿਟੇਲ ਚ ਨਹੀਂ ਜਾ ਸਕਦੇ, ਆਪਣੇ ਕੋਲ ਸਮਾਂ ਹੁਣ ਖਤਮ ਹੋ ਰਿਹਾ। ਤੁਸੀਂ ਇਹਨੂੰ ਕਨਕਲੂਡ ਕਰ ਦਿਓ, ਸਾਰੇ ਨੂੰ ਖਤਮ ਕਰੋ। ਸੋ ਇੱਥੋਂ ਤੱਕ ਬਹੁਜਨ ਰਾਜਨੀਤੀ ਹੈ, ਬਹੁਜਨ ਰਾਜਨੀਤੀ ਬਹੁਤ ਅੱਛੇ ਤਰੀਕੇ ਦੇ ਨਾਲ ਅੱਗੇ ਵਧੀ ਹੈ ਔਰ ਅੱਗੇ ਵਧ ਰਹੀ ਹੈ ਪੜਾਵਾਰ। ਉਹਦੇ ਚ ਜਿਹੜਾ ਬਹੁਜਨ ਦਾ ਜਿਹੜਾ ਸੰਗਠਨ ਬਣਨੇ ਉਹ ਉਸ ਪ੍ਰਕਿਰਿਆ ਚ ਜਿਹੜੀਆਂ ਅਗਲੀਆਂ ਕਾਰਵਾਈਆਂ ਹੋ ਚੁੱਕੀਆਂ। ਜਿਹੜਾ ਹੈਗਾ ਆ ਕੇ ਪਹਿਲਾਂ ਵੀ ਰੱਖ ਰਿਹਾ ਸੀਗਾ ਤੇ ਬਾਰ-ਬਾਰ ਉਹਨਾਂ ਦੇ ਉੱਤੇ ਅਟੈਕ ਕਰ ਰਿਹਾ। ਅੱਜ ਵੀ ਉਹ ਨਵੇਂ ਟੂਲਸ ਦੀ ਵਰਤੋਂ ਕਰਕੇ ਉਹਨਾਂ ਨੂੰ ਉਹਨਾਂ ਦੇ ਟਾਰਗੇਟ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ। ਇਹ ਚ ਜ਼ਰੂਰਤ ਹੈ ਕਿ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ, ਜਿਹੜੀ ਸਟੇਟ ਦੀ ਲੀਡਰਸ਼ਿਪ ਹੈ, ਉਹਨੂੰ ਲਗਾਤਾਰ ਸੁਚੇਤ ਹੋਣਾ ਪਏਗਾ ਔਰ ਸੁਚੇਤ ਹੋ ਕੇ ਆਪਣੇ ਕੇਡਰ ਨੂੰ ਸੁਚੇਤ ਕਰਨਾ ਪਏਗਾ। ਜੇ ਉਹ ਆਪਣੇ ਕੇਡਰ ਨੂੰ ਸੁਚੇਤ ਕਰ ਲੈਂਦੇ ਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਕਾਰਵਾਈਆਂ ਤੋਂ ਬਾਅਦ ਉਹਨਾਂ ਨੂੰ ਇਹ ਜਿਹੜੀ ਵੱਡੀ ਹਾਰ ਸਾਹਮਣੇ ਆਈ ਹੈ ਇਹ ਬਹੁਤ ਛੇਤੀ ਨਿਕਲ ਕੇ ਬਾਹਰ ਆ ਸਕਦਾ ਹੈ। ਸੋ ਇਹ ਮੈਂ ਆਪਣੇ ਪੱਧਰ ਤੇ ਕਹਿਣਾ ਚਾਹਾਂ। ਇੱਥੇ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ ਹੈ। ਜਿਹੜੇ ਦੋਸਤ ਦਰਸ਼ਕ ਸਾਡੇ ਸ਼ੋਅ ਨਾਲ ਜੁੜੇ ਤਾਂ ਜੇ ਉਹਨਾਂ ਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਦੋਸਤੋ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਪਰ ਨਾਲ ਇਹ ਜ਼ਰੂਰ ਸਾਡੀ ਬੇਨਤੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਬਾਰੇ ਜਿਹੜੀ ਆਪਣੀ ਟਿੱਪਣੀ, ਆਪਣਾ ਪ੍ਰਤੀਕਰਮ ਵੀ ਜ਼ਰੂਰ ਭੇਜਣਾ ਤਾਂ ਜੋ ਜਿਹੜੀ ਸਾਡਾ ਅਗਲਾ ਪ੍ਰੋਗਰਾਮ ਹੋਵੇ ਅਸੀਂ ਤੁਹਾਡੀ ਟਿੱਪਣੀ, ਤੁਹਾਡੇ ਪ੍ਰਤੀਕਰਮ ਨੂੰ ਉਸ ਦਾ ਹਿੱਸਾ ਬਣਾ ਸਕੀਏ। ਤੇ ਤੁਸੀਂ ਆਪਣਾ ਪ੍ਰਤੀਕਰਮ ਦੇਣ ਲਈ, ਆਪਣੀ ਟਿੱਪਣੀ ਦੇਣ ਲਈ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਆਪਣੀ ਟਿੱਪਣੀ ਭੇਜ ਸਕਦੇ ਹੋ, ਆਪਣਾ ਪ੍ਰਤੀਕਰਮ ਭੇਜ ਸਕਦੇ ਹੋ। ਧੰਨਵਾਦ। ਚਾਨਾ ਜੀ, ਰਾਏ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਧੰਨਵਾਦ, ਸ਼ੁਕਰੀਆ ਜੰਡੂ ਸਾਹਿਬ। ਸਤਿ ਸ਼੍ਰੀ ਅਕਾਲ, ਜੈ ਭਾਰਤ।